ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਅਰਸ਼, ਮਿਹਰਬਾਨੀ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਜੌਲ ਸਾਹਿਬ ਗੱਲਬਾਤ ਕਰੀਏ, ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਆਪਾਂ ਜਦੋਂ ਵੀ ਕੋਈ ਬੱਚਾ ਮਾਂ-ਬਾਪ ਆਪਣੇ ਬੱਚਿਆਂ ਨੂੰ ਭੇਜਦਾ ਜੀ ਬਾਹਰ ਇੰਡੀਆ ਤੋਂ, ਬੜਾ ਜਿਗਰਾ ਲੱਗਦਾ ਜੀ, ਬਹੁਤ ਫਾਈਨੈਂਸ਼ੀਅਲ ਬਰਡਨ ਵੀ ਹੁੰਦਾ ਹੈ, ਬਹੁਤ ਮਿਹਨਤ ਵੀ ਲੱਗਦੀ ਕਿ ਮੇਰਾ ਬੱਚਾ ਉੱਥੇ ਆਣ ਕੇ ਪੜ੍ਹੇ, ਕੁਛ ਬਣੇ। ਪਰ ਜਦੋਂ ਇੱਦਾਂ ਦੀ ਅਣਹੋਣੀ ਘਟਨਾਵਾਂ ਹੋ ਜਾਂਦੀਆਂ ਨੇ ਤਾਂ ਫਿਰ ਬਹੁਤ ਦੁੱਖ ਲੱਗਦਾ ਹੈ। ਪਹਿਲੀ ਖਬਰ ਸਾਂਝੀ ਕਰ ਰਿਹਾ ਜੀ, ਬਹੁਤ ਦੁੱਖ ਵਾਲੀ ਖਬਰ ਹੈ ਕਿ ਇੱਕ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਸਨਬਰੀ ਦੇ ਵਿੱਚ ਉਹਦੀ ਕੱਲ੍ਹ ਮੌਤ ਹੋ ਚੁੱਕੀ ਜੀ। ਯੈਸ ਸਰ, ਵੈਸੇ ਇਹ ਹੁਣ ਆਪਾਂ ਦੇਖੋ ਸਦਾ ਗੱਲਬਾਤ ਪ੍ਰੋਗਰਾਮਾਂ 'ਚ ਤਾਂ ਕਰਦੇ ਹੀ ਰਹਿੰਦੇ ਹਾਂ ਵੀ ਜਦੋਂ ਲੈਕ ਆਫ ਪਲੈਨਿੰਗ ਆ ਨਾ, ਆਮ ਤੌਰ ਤੇ ਜਦੋਂ ਜ਼ਿਆਦਾ ਡੂੰਘਾਈ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਡੈਥ ਹੋ ਗਈ, ਫਿਰ ਜੀ ਸੁਸਾਈਡ, ਖੁਦਕੁਸ਼ੀ ਹੋ ਗਈ, ਆਪਣੀ ਜਾਨ ਆਪੇ ਹੀ ਲੈ ਲਈ, ਉਹ ਵੀ ਨਿੱਕੀ ਉਮਰ ਦੇ ਵਿੱਚ ਹੀ 20-25 ਸਾਲ ਦੀ ਅਜੇ ਉਮਰ ਵੀ ਨਹੀਂ ਹੋਈ, ਉਹ ਵੀ ਉਦੋਂ ਜਦੋਂ ਕਿ ਬੜੇ ਉਤਸ਼ਾਹ ਦੇ ਨਾਲ ਕੋਈ ਤਿਆਰ ਬਰ ਤਿਆਰ ਹੋ ਕੇ ਪਰਿਵਾਰਾਂ ਨੇ ਰਵਾਨਾ ਕੀਤਾ ਹੋਵੇ ਤੇ ਆਉਣ ਦੀਆਂ ਖੁਸ਼ੀਆਂ ਹੋਣ, ਆਪਣੇ ਆਪ ਨੂੰ ਕੁਆਲੀਫਾਈ ਕੀਤਾ ਹੋਵੇ, ਟੈਸਟ ਦਿੱਤੇ ਹੋਣ, ਇਹ ਸਭ ਕੁਝ ਮਰਨ ਵਾਸਤੇ ਤਾਂ ਨਹੀਂ ਸੀ ਨਾ ਕੀਤਾ ਹੁੰਦਾ। ਤੇ ਲੇਕਿਨ ਕਿ ਵੀ ਹੁਣ 2 ਸਾਲਾਂ 'ਚ ਹੀ ਐਡੇ ਕਿਹੜੇ ਪਹਾੜ ਟੁੱਟ ਗਏ ਵੀ ਹੁਣ ਇਹ ਨੌਜਵਾਨ ਅਜੇ 2019 ਦੇ ਵਿੱਚ ਆਇਆ ਸੀਗਾ ਇੱਥੇ ਕੈਨੇਡਾ, ਤੇ ਸਡਬਰੀ 'ਚ ਕੈਂਬਰੀਅਨ ਕਾਲਜ ਆ, ਉੱਥੋਂ ਦਾ ਇਹ ਸਟੂਡੈਂਟ ਬਣ ਕੇ ਤੇ ਭਈ ਇਹ ਪਿਛਲੇ ਜਾਣੀ ਵੀਕਐਂਡ ਤੇ ਇਹਨੇ ਆਪਣੀ ਜਾਨ ਆਪੇ ਹੀ ਲੈ ਲਈ ਆ ਵੀ ਜੀ, ਕਹਿੰਦੇ ਡਿਪਰੈਸ਼ਨ ਦੇ ਵਿੱਚ ਸੀ, ਬਾਕੀ ਫਿਕਰ ਤੁਹਾਨੂੰ ਪਤਾ ਵੀ ਹੁੰਦੇ ਆ। ਪਰ ਇਹ ਸਭ ਕੁਝ ਹੁਣ ਤੁਸੀਂ ਦੇਖੋ ਵੀ ਪਹੁੰਚਣ ਤੋਂ ਲੈ ਕੇ ਜਿਹੜਾ ਇਹ 3 ਸਾਲਾਂ ਦਾ ਸਫ਼ਰ ਆ, ਇਹ ਅਰਸ਼ਦੀਪ ਵਰਮਾ ਨੌਜਵਾਨ, ਇਹਦੀ ਪਛਾਣ ਦੱਸੀ ਜਾ ਰਹੀ ਆ, ਜੋ ਕਿ ਪਟਿਆਲਾ ਦੇ ਨੇੜੇ ਪਿੰਡ ਘੱਗਾ ਤੋਂ ਪਹੁੰਚਿਆ। ਵੀ ਹੁਣ 2019 ਤੇ 2020 ਕੋਵਿਡ ਸੀਗਾ, ਹਨਾ, ਇੰਨੀ ਕੋਈ ਮਤਲਬ 2020 ਦੇ ਵਿੱਚ ਕੋਵਿਡ ਆ ਗਿਆ, 2021 'ਚ ਵੀ ਕੋਵਿਡ ਹੀ ਚੱਲਦਾ ਰਿਹਾ, ਤੇ ਹੁਣ 2022 ਆ। ਸਕੂਲ ਕਾਲਜ ਵੀ ਬੰਦ ਸੀਗੇ, GIC ਅਕਾਊਂਟ ਹੁੰਦਾ ਤੁਹਾਡੇ ਕੋਲ ਆਪਣੇ ਰੈਂਟ ਵਗੈਰਾ ਦੇਣ ਨੂੰ, ਹਨਾ, ਵੀ ਆਮ ਤੌਰ ਤੇ ਉਹ ਇੱਥੇ ਮੁੰਡੇ ਕੁੜੀਆਂ ਜ਼ਿਆਦੇ ਫੇਲ ਹੁੰਦੇ ਦੇਖੇ ਗਏ ਆ, ਜਿਨ੍ਹਾਂ ਨੂੰ ਵੀ ਇੱਥੇ ਕੋਈ ਜੋਬ ਦਾ ਸਹੀ ਕਿਨਾਰਾ ਚਲੋ ਨਹੀਂ ਮਿਲਿਆ, ਪਰ ਵੀ ਜੇ ਉਹ ਆਪਣੀ ਪੜ੍ਹਾਈ ਨਹੀਂ ਪ੍ਰੋਪਰਲੀ ਕੰਟੀਨਿਊ ਰੱਖ ਸਕੇ, ਜਾਂ ਫਿਰ ਜਾਣੀ ਕਿ ਉਹ ਪ੍ਰੋਪਰਲੀ ਆਉਣ ਤੱਕ ਏਅਰਪੋਰਟ ਤੇ ਉਤਰਨ ਤੱਕ ਦਾ ਹੀ ਪ੍ਰੋਗਰਾਮ ਬਣਾਇਆ ਸੀਗਾ। ਉਹ ਤੋਂ ਬਾਅਦ ਜਿਹੜਾ ਮੁੰਡਾ ਤੇ ਕੁੜੀ ਆਇਆ ਵੀ ਉਹ ਆਪਣੇ ਹਾਲ ਤੇ ਆਪ ਆ ਵੀ ਉਹਨੇ ਖਰਚੇ ਆਪਣੇ ਰਿਹਾਇਸ਼ ਦੇ, ਆਪਣੀਆਂ ਗਾਂ ਫੀਸਾਂ ਦੇ, ਤੇ ਹੋਰ ਗਾਂ ਪਤਾ ਨਹੀਂ ਵੀ ਜੋ ਵੀ ਉਹਦੇ ਇੱਥੇ ਐਕਸਪੈਂਸਿਸ ਹੋਣੇ ਆ, ਉਹ ਆਪਣੇ ਪੈਰਾਂ ਤੇ ਉਹਨੇ ਆਪ ਉਹ ਪੈਦਾ ਕਰਨੇ ਆ, ਕਮਾਉਣੇ ਆ, ਤੇ ਫਿਰ ਉਹ ਲਾਉਣੇ ਆ। ਪਰ ਜਿਹੜੇ ਜਾਣੀ ਕਿ ਹੁਣ ਉੱਥੋਂ ਘਰੋਂ ਪਲਾਨ ਕਰਕੇ ਚੱਲਣ ਵੀ ਅਸੀਂ ਚੱਲੇ ਹਾਂ ਤੇ ਅਸੀਂ ਪੜ੍ਹ ਕੇ ਮੁੜ ਕੇ ਜਾਣ ਦਾ ਉੱਥੇ ਇਰਾਦਾ ਕਿਹਦਾ ਹੁੰਦਾ ਵੀ ਉੱਥੇ ਹੀ ਰਹਿਣਾ ਤੇ PR ਲੈਣੀ ਆ, PR ਲੈਣ ਤੱਕ ਦਾ ਸਫ਼ਰ ਆ ਜਿਹੜਾ ਜੀ ਵੀ 4 ਸਾਲ ਦਾ ਤੇ ਆਮ ਸਮਝਿਆ ਜਾਂਦਾ, 3-4 ਸਾਲ ਦਾ, ਤੇ 2 ਸਾਲ ਦੀ ਜਿਹੜੀ ਪੜ੍ਹਾਈ ਕਰਨੀ ਆ, ਫਰਜ਼ ਕਰੋ ਘੱਟੋ ਘੱਟ 2 ਸਾਲ ਦੀ ਪਲੈਨਿੰਗ ਤੇ ਕਰ ਲੈਣੀ ਚਾਹੀਦੀ ਆ ਨਾ, ਵੀ ਉੱਥੇ ਜਾ ਕੇ ਜਾਂਦਿਆਂ ਹੀ ਨਹੀਂ ਆਪਾਂ ਜਾਣੀ ਕਿ ਵੀ ਕੋਈ ਦਰਖਤਾਂ ਨਾਲੋਂ ਤੋੜਨ ਲੱਗ ਪੈਣਾ ਡਾਲਰ, ਵੀ ਆਪਾਂ ਜਾ ਕੇ ਪੜ੍ਹਾਈ ਕਰਨੀ ਆ, ਪੜ੍ਹਾਈ ਪੂਰੀ ਕਰਾਂਗੇ, ਫਿਰ ਨਾਲ ਥੋੜ੍ਹਾ ਬਹੁਤਾ ਚਲੋ ਕੰਮ ਮਿਲ ਗਿਆ ਠੀਕ ਆ, ਨਾ ਵੀ ਮਿਲਿਆ ਤੇ ਸਾਡੇ ਕੋਲ ਬੈਕਅਪ ਹੈਗੀ ਆ। ਅੱਛਾ, ਬੈਕਅਪ ਹੈਗੀ ਆ ਤੇ ਨਾਲ ਵੀ ਜਾਣੀ ਜਦੋਂ ਪੜ੍ਹਾਈ ਖਤਮ ਹੋ ਗਈ ਤੇ ਆਪਣੇ ਆਪ ਹੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਓਪਨ ਮਿਲ ਜਾਣਾ, ਤੇ ਫਿਰ ਜੋਬਾਂ ਆਪਣੀਆਂ ਵਰਕ ਐਕਸਪੀਰੀਅੰਸ ਬਣਾਓ। ਮਤਲਬ ਕਿ ਟਾਰਗੇਟ ਜਿਹੜਾ ਉਹ PR ਲਈ ਐਲੀਜੀਬਿਲਿਟੀ ਬਣਾਉਣਾ ਹੋਣਾ ਚਾਹੀਦਾ, ਨਾ ਕਿ ਟਾਰਗੇਟ ਹੋਣਾ ਚਾਹੀਦਾ ਵੀ ਮੈਂ ਕਮਾਵਾਂ ਤੇ ਪਿੱਛੇ ਭੇਜਾਂ, ਕਿਉਂਕਿ ਜਿਸ ਦਿਨ PR ਮਿਲ ਗਈ ਉਸ ਤੋਂ ਬਾਅਦ ਸਾਰੀ ਉਮਰ ਫਿਰ ਕਰਜ਼ੇ ਲਾਉਣ ਨੂੰ ਹੀ ਆ, ਉਸ ਤੋਂ ਬਾਅਦ ਸਾਰੀ ਉਮਰ ਫਿਰ ਕਮਾ ਕੇ ਪਿੱਛੇ ਭੇਜਣ ਨੂੰ ਹੀ ਆ, ਜਿੱਥੇ ਮਰਜ਼ੀ ਭੇਜੀ ਜਾਵੇ ਬੰਦਾ। ਇਹ 3-4 ਸਾਲਾਂ ਨੂੰ ਜਿਹੜਾ ਪਲਾਨ ਕਰਕੇ ਲੋਕ ਨਹੀਂ ਚੱਲਦੇ, ਵੀ ਉੱਥੋਂ ਪਿੱਛੋਂ ਹੁਣ ਕਈ ਜਿਹੜੇ ਬੱਚੇ ਆ ਨਾ ਹਰਸ਼ੋ ਫੋਨ ਹੀ ਚੱਕਣਾ ਬੰਦ ਕਰ ਦਿੰਦੇ ਆਪਣੇ ਘਰਦਿਆਂ ਦਾ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਹੁੰਦਾ ਵੀ ਹਾਂਜੀ ਆਹ ਫਲਾਨੇ ਸਾਡੇ ਗੁਆਂਢੀਆਂ ਦੇ ਤਾਂ ਆ ਗਏ ਆ, ਨਾਲ ਦੇ ਪਿੰਡ ਵਾਲੇ ਨੇ ਤਾਂ ਇੰਨੇ ਭੇਜ ਦਿੱਤੇ, ਤੂੰ ਕੀ ਕਰਦਾ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਆ ਜਾਣੀ
ਬਹੁਤ ਸਾਰੇ ਲੜਕੇ ਲੜਕੀਆਂ ਵੀ ਨਹੀਂ ਉਹ ਕਰ ਪਾ ਰਹੇ ਫਰਜ਼ ਕੀਤਾ, ਤੇ ਜਿਹੜੀ ਇਹ ਪੇਰੈਂਟਸ ਦੀ ਉੱਥੇ ਮਤਲਬ ਅਨਡਿਊ ਕਹਿ ਲਓ ਜਾਂ ਵੀ ਐਕਸਪੈਕਟੇਸ਼ਨ ਆ ਵੀ ਜਾਂਦੇ ਹੀ ਉੱਥੇ ਹੁਣ ਲਹਿਰਾਂ ਬਹਿਰਾਂ ਲੱਗਣੀਆਂ ਚਾਹੀਦੀਆਂ, ਪੈਸੇ ਹੋਣੇ ਚਾਹੀਦੇ ਆ, ਕਰਜ਼ੇ ਵੀ ਲਏ ਹੋ ਆ, ਜਾਂ ਬਾਕੀ ਪੇਰੈਂਟਸ ਤੇ ਵੀ ਚਲੋ ਆਪਣੀ ਤਰ੍ਹਾਂ ਦਾ ਪ੍ਰੈਸ਼ਰ ਹੋਊਗਾ, ਪਰ ਇਹ ਸੋਚ ਲੈਣਾ ਚਾਹੀਦਾ ਵੀ ਯਾਦ ਆਉਂਦਾ ਵੀ ਇੱਕ ਵਾਰੀ ਨਾ ਕੋਈ ਪੰਜਾਬ ਤੋਂ ਹੀ ਉੱਥੋਂ ਕਿਸੇ ਪਿੰਡ ਚੋਂ ਗਿਆ ਕੋਈ ਫੈਮਿਲੀ, ਤੇ ਵੀ ਅਸੀਂ ਜੀ ਪੰਜਾਬ 'ਚ ਨਹੀਂ ਰਹਿਣਾ ਤੇ ਚੱਲੇ ਆ ਹਰਿਆਣੇ ਜਾ ਕੇ ਰਵਾਂਗੇ। ਉਹ ਹਰਿਆਣੇ ਤੋਂ 2 ਸਾਲਾਂ ਬਾਅਦ ਫਿਰ ਡੰਡਾ ਡੇਰਾ ਚੁੱਕ ਕੇ ਵਾਪਸ ਹੀ ਆ ਗਏ ਪਿੰਡ 'ਚ ਹੀ। ਤੇ ਜਦੋਂ ਪੁੱਛਿਆ ਵੀ ਕੀ ਗੱਲ ਹੋਈ, ਉਹ ਕਹਿੰਦੇ ਨੇ ਜੀ ਉੱਥੇ ਨਹੀਂ ਕੰਮ ਮਿਲਦਾ, ਪੰਜਾਬ ਦੇ ਲੋਕਾਂ ਨੂੰ ਹਰਿਆਣੇ 'ਚ ਨਹੀਂ ਕੰਮ ਮਿਲਦਾ। ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਤੁਸੀਂ ਆਪਣਾ ਛੱਡ ਕੇ ਜਾ ਰਹੇ ਹੋ ਨਗਰ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ, ਉਹ ਕੈਨੇਡਾ ਹੋਵੇ ਜਾਂ ਹਰਿਆਣਾ ਹੋਵੇ ਜਾਂ ਬਿਹਾਰ ਹੋਵੇ, ਵਾਟਐਵਰ ਹੋਵੇ, ਤੁਹਾਨੂੰ ਉੱਥੇ ਜਾ ਕੇ ਆਪਣੇ ਰਿਸੋਰਸਿਸ ਆਪ ਪੈਦਾ ਕਰਨੇ ਪੈਣੇ ਆ। ਉਹ ਰਿਸੋਰਸਿਸ ਪੈਦਾ ਕਰਨ ਦੇ ਲਈ ਤੁਹਾਡੀ ਇੱਕ ਸਟਰਗਲ ਆ। ਉਸ ਸਟਰਗਲ ਦੇ ਵਿੱਚ ਜਿਹੜੇ ਪਰਿਵਾਰ ਨੇ ਉੱਥੋਂ ਰਵਾਨਾ ਕੀਤਾ ਸੀ ਏਅਰਪੋਰਟ ਤੱਕ ਆ ਕੇ, ਉਹਨਾਂ ਦੀ ਗਾਂ ਵੀ ਸਪੋਰਟ ਕੰਟੀਨਿਊ ਰਹਿਣੀ ਚਾਹੀਦੀ ਆ, ਜਿੰਨਾ ਚਿਰ ਜਾਣੀ ਕਿ ਵੀ ਇਹ PR ਤੱਕ ਦੇ ਕਹੋ ਵੀ ਝੰਡੇ ਨਾ ਗੱਡੇ ਜਾ ਸਕਣ। ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਅਰਸ਼ਦੀਪ ਵਰਮਾ ਇੱਕ ਹੋਰ ਨਾਂ ਸ਼ਾਮਲ ਹੋ ਗਿਆ। ਫਿਰ ਆਪਾਂ ਦੇਖਦੇ ਹਾਂ ਕਿ ਬੋਡੀਜ਼ ਆ ਜਿਹੜੀਆਂ ਫਿਊਨਰਲ ਹੋਮ ਤੋਂ ਲਗਾਤਾਰਤਾ ਦੇ ਨਾਲ ਵਾਪਸ ਭੇਜਣੀਆਂ ਪੈ ਰਹੀਆਂ, ਕਿਹੜੀਆਂ ਸ਼ਾਨਾਂ ਦੇ ਨਾਲ ਨੌਜਵਾਨ ਲੜਕੇ ਲੜਕੀਆਂ ਆਉਂਦੇ ਆ, ਤੇ ਕਿਸ ਤਰ੍ਹਾਂ ਫਿਰ ਜਦੋਂ ਡੱਬਾ ਬੰਦ ਰਵਾਨਗੀ ਹੁੰਦੀ ਆ। ਆਪਾਂ ਕੀਤੀ ਸੀਗੀ ਗੱਲਬਾਤ ਫਿਊਨਰਲ ਹੋਮਸ ਦੇ ਵਿੱਚ ਵੀ, ਹੰਸੀ ਸਾਹਿਬ ਨੇ ਵੀ ਦੱਸਿਆ ਸੀ ਸਾਰਾ ਵੇਰਵਾ। ਸੋ ਇਹ ਲਗਾਤਾਰ ਲੇਕਿਨ ਕਿ ਵੀ ਲਾਸ਼ਾਂ ਹਜੇ ਭੇਜਣ ਦਾ ਸਿਲਸਿਲਾ ਜਾਰੀ ਆ, ਤੇ ਉਧਰ ਗੋ ਫੰਡ ਮੀ ਤੇ ਬੜੀ ਇੱਕ ਤਰੀਕੇ ਨਾਲ ਕਹ ਲਓ ਵੀ ਗਹਿਮਾ ਗਹਿਮੀ ਆ ਜੀ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਹੀਂ ਤੇ ਫਟਾਫਟ ਉੱਤੇ ਪੇਜ ਹੋ ਜਾਂਦਾ ਕ੍ਰੀਏਟ ਵੀ ਲਿਆਓ ਜੀ ਹੁਣ ਪੈਸੇ ਛਾਪ ਭੇਜਣੀ ਆ ਆਪਾਂ ਬੋਡੀ ਵਾਪਸ ਹੈ ਨਾ ਮਦਦ ਵਾਸਤੇ। ਸੋ ਇਹ ਬੜਾ ਉਦਾਸ ਇੱਕ ਪਹਿਲੂ ਆ ਇਸ ਸਭ ਕੁਝ ਦਾ ਵੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚਦੀ ਆ ਜ਼ਿੰਦਗੀ। ਲੱਗਦਾ ਇਹ ਆ ਵੀ ਕਿਤੇ ਨਾ ਕਿਤੇ ਜੇ ਬੈਟਰ ਪਲੈਨਿੰਗ ਕਰ ਲਈ ਜਾਵੇ ਤੇ ਕਿਸੇ ਹੱਦ ਤੱਕ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਵੀ 2-3 ਸਾਲ ਦੇ ਵਿੱਚ ਆ ਕੇ 20-25 ਸਾਲ ਦਾ ਨੌਜਵਾਨ ਕਿੰਨੇ ਕੁ ਵੱਡੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ, ਜਾਂ ਉਹਦੇ ਫਿਰ ਰੀਜ਼ਨਸ ਹੀ ਕੀ ਹੋਣਗੇ ਵੀ ਜਿਹੜਾ ਖੁਸ਼ੀਆਂ ਨਾਲ ਆਪਣੇ ਆਪ ਨੂੰ ਐਲੀਜੀਬਲ ਕਰਕੇ ਇੱਥੇ ਮਾਰ ਕੇ ਤੇ ਪਹੁੰਚਿਆ 2 ਸਾਲਾਂ 'ਚ ਜੇ ਉਹਨੇ ਆਪਣੀ ਜਾਨ ਵੀ ਲੈ ਲਈ ਆ, ਤੇ ਫਿਰ ਉਹਦੇ ਪਿੱਛੇ ਕੋਈ ਇਹੋ ਜਿਹੇ ਆਰਥਿਕ ਰੀਜ਼ਨ ਜਿਹੜਾ ਉਹਨੂੰ ਫਿਊਚਰ ਆਪਣਾ ਕੈਨੇਡਾ ਵਰਗੇ ਦੇਸ਼ 'ਚ ਧੁੰਦਲਾ ਨਜ਼ਰ ਆਇਆ ਜੀ, ਨਹੀਂ ਕਿਤੇ ਉਹਨੂੰ ਟਿਕਾਣਾ ਮਿਲ ਰਿਹਾ ਹੋਊਗਾ। ਜੋ ਵੀ ਇਹ ਉਹਨੇ ਸਟੈਪਸ ਚੱਕੇ ਆ, ਚਲੋ ਫਰਦਰ ਤਾਂ ਹੁਣ ਡਿਟੇਲਸ ਇਹਦੇ ਆ ਹੀ ਜਾਣਗੇ, ਪਰ ਸਥਿਤੀ ਜਿਹੜੀ ਹੈ ਜਾਣੀ ਕਿ ਵੀ ਇਹ ਲਗਾਤਾਰਤਾ ਦੇ ਨਾਲ ਅੱਧੀ ਕੁ ਦਰਜਨ ਮੌਤਾਂ ਤੇ ਪਿਛਲੇ 15 ਦਿਨਾਂ 'ਚ ਹੀ ਆਪਾਂ ਦੇਖ ਚੁੱਕੇ ਹਾਂ, ਜਿਹਦੇ ਵਿੱਚ ਕੁੜੀ ਵੀ ਸੁੱਤੀ ਰਹਿ ਗਈ ਸੀ ਬਰੈਂਪਟਨ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਸੋ ਉਸ ਲਿਹਾਜ਼ ਨਾਲ ਹੈ ਜੀ ਵੀ ਜ਼ਰੂਰ ਇਹ ਜੋ ਸਾਡੇ ਦੇਖੋ ਇਕੱਲੇ ਇੰਡੀਆ ਤੋਂ ਥੋੜ੍ਹਾ ਸਟੂਡੈਂਟ ਆਉਂਦੇ ਆ, ਕਿਸੇ ਹੋਰ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਸਾਡੀ ਕਮਿਊਨਿਟੀ ਤੋਂ ਬਿਨਾਂ ਇੰਨੀਆਂ ਮੌਤਾਂ ਤੁਸੀਂ ਸੁਣੀਆਂ। ਆਪਾਂ ਕਈ ਵਾਰੀ ਗੱਲ ਬਦਲਣ ਲਈ ਕਹਿ ਤਾਂ ਦਿੰਦੇ ਆ ਵੀ ਹੋਰ ਕਮਿਊਨਿਟੀਆਂ 'ਚ ਵੀ ਹੁੰਦਾ। ਮੈਨੂੰ ਦੱਸੋ ਵੀ ਪਿਛਲੇ 15 ਦਿਨਾਂ ਦੇ ਵਿੱਚ ਹੋਰ ਕਮਿਊਨਿਟੀਆਂ ਦੇ ਕਿੰਨੇ ਸਟੂਡੈਂਟ ਮਰੇ ਆ ਜੀ, ਕਿੰਨੀਆਂ ਮਰੀਆਂ ਆ ਜੀ ਇੱਦਾਂ ਹੀ ਟਰੱਕ ਡਰਾਈਵਿੰਗ 'ਚ। ਮੈਨੂੰ ਦੱਸ ਦਿਓ ਵੀ ਇਹ ਸੜਕਾਂ ਜਿਹੜੀਆਂ ਸਾਰੇ ਡਰਾਈਵਰਾਂ ਵਾਸਤੇ ਇੱਕੋ ਜਿਹੀਆਂ ਹੀ ਆ। ਵੀ ਸਾਡੀ ਕਮਿਊਨਿਟੀ ਦੇ ਜਿਹੜੇ ਡਰਾਈਵਰ ਪਿੱਛੇ ਮੌਤ ਦਾ ਤਾਂਡਵ ਆਪਾਂ ਸੜਕਾਂ ਤੇ ਦੇਖਿਆ, ਵੀ ਜਾਂ ਤੇ ਹੋਵੇ ਪੰਜਾਬੀਆਂ ਲਈ ਉਹਨਾਂ ਨੇ ਮਾੜੀਆਂ ਸੜਕਾਂ ਬਣਾਤੀਆਂ ਸਰਕਾਰ ਨੇ ਇੱਥੋਂ ਦੀ ਨੇ, ਵੀ ਤੁਸੀਂ ਮਾੜੀਆਂ ਤੇ ਚੱਲਣਾ ਤੇ ਬਾਕੀ ਦੇ ਚੰਗੀਆਂ ਤੇ ਚੱਲਣਗੇ। ਫੇਰ ਤੇ ਮੰਨ ਲਈ ਗੱਲ ਵੀ ਸਰਕਾਰ ਨੇ ਸੜਕਾਂ ਮਾੜੀਆਂ ਬਣਾਤੀਆਂ ਸਾਡੇ ਲਈ। ਹੁਣ ਜੇ ਬਾਕੀ ਕੁੱਲ ਦੁਨੀਆਂ ਦੇ ਡਰਾਈਵਰ ਜਿਹੜੇ ਆ ਜੀ ਵੀ ਉਹਨਾਂ ਸੜਕਾਂ ਤੋਂ ਸੇਫਲੀ ਲੰਘ ਸਕਦੇ ਆ, ਸਾਨੂੰ ਕੀ ਗੱਲ ਆ, ਅਸੀਂ ਵੀ ਤਾਂ ਲੰਘ ਹੀ ਸਕਦੇ ਹਾਂ। ਸੜਕ ਹੋਵੇ ਜਾਂ ਕੱਚਾ ਪਿਆ ਹੋਵੇ, ਮਤਲਬ ਡਰਾਈਵਰ ਦੀ ਅਕਲ ਕਾਇਮ ਹੋਵੇ ਤੇ ਉੱਥੋਂ ਨਿਕਲਿਆ ਜਾ ਸਕਦਾ ਹੁੰਦਾ। ਕਿਤੇ ਨਾ ਕਿਤੇ ਚਲੋ ਇੱਥੋਂ ਦਾ ਮੌਸਮ ਬੜਾ ਮਾਰੂ, ਹਰ ਵਾਰੀ ਮੌਸਮ ਦਾ ਕਸੂਰ ਕੱਢ ਕੇ ਅਸੀਂ ਬਰੀ ਨਹੀਂ ਹੋ ਸਕਦੇ। ਹਰ ਵਾਰੀ ਪੋਲ ਤੰਗ ਦਾ, ਹਰ ਵਾਰੀ ਰਾਹ 'ਚ ਦਰਖਤ ਸੀਗਾ, ਏਦਾਂ ਦੀਆਂ ਗੱਲਾਂ ਕਰਕੇ ਅਸੀਂ ਆਪਣੇ ਆਪ ਨੂੰ ਨਹੀਂ ਕਹਿ ਸਕਦੇ ਵੀ ਮੇਰਾ ਕੋਈ ਕਸੂਰ ਹੀ ਨਹੀਂ ਹੈ। ਪੰਜਾਬ ਦੀਆਂ ਸੜਕਾਂ ਤੇ ਸਾਡਾ ਕੋਈ ਕਸੂਰ ਨਹੀਂ, ਕੈਨੇਡਾ ਦੀਆਂ ਸੜਕਾਂ ਤੇ ਸਾਡਾ ਕੋਈ ਕਸੂਰ ਨਹੀਂ। ਤੇ ਮਤਲਬ ਇਹ ਧਰਤੀ ਤੇ ਕੋਈ ਹੈ ਜਗ੍ਹਾ ਬਚੀ ਜਿੱਥੇ ਦੀਆਂ ਸੜਕਾਂ ਤੇ ਜਾ ਕੇ ਸਾਨੂੰ ਵੀ ਜਾਣੀ ਮੰਜ਼ਿਲ ਮਿਲ ਜੂਗੀ ਸੇਫਲੀ। ਸੋ ਅਸੀਂ ਥੋੜ੍ਹਾ ਜਿਹਾ ਦੇਖੀਏ ਵੀ ਜੋ ਕੁਛ ਇਹ ਘਟਨਾਵਾਂ ਸਾਡੀ ਨੌਜਵਾਨੀ, ਪਹਿਲਾਂ ਪੰਜਾਬ ਦੀਆਂ ਸੜਕਾਂ ਖੂਨ ਪੀਣੀਆਂ ਤੇ ਹੁਣ ਕੈਨੇਡਾ ਦੀਆਂ ਸੜਕਾਂ ਖੂਨ ਪੀਣੀਆਂ ਹੋ ਗਈਆਂ। ਮਤਲਬ ਜਿੱਧਰੋਂ ਅਸੀਂ ਜਾਵਾਂਗੇ ਉੱਥੋਂ ਦੀਆਂ ਸੜਕਾਂ ਖੂਨ ਪੀਣੀਆਂ ਹੋਈ ਜਾਣਗੀਆਂ ਜੀ। ਸੋ ਆਪਣਾ ਖੂਨ ਬਚਾਈਏ, ਅਸੀਂ ਥੋੜ੍ਹਾ ਜਿਹਾ ਸੰਭਲੀਏ। ਇਹ ਨੌਜਵਾਨੀ ਦਾ ਜੋ ਇਹ ਸਕੂਲਾਂ ਕਾਲਜਾਂ 'ਚ ਪੜ੍ਹਨ ਆਉਂਦੇ ਆ, ਪੱਕੇ ਹੋਣਾ, ਸਾਰਾ ਆਪਣੇ ਪਰਿਵਾਰਾਂ ਨੂੰ ਉਹਨਾਂ ਦਾ ਨਾਂ ਉੱਚਾ ਕਰਨਾ। ਪਰ ਇਸ ਤਰ੍ਹਾਂ ਜਦੋਂ ਜ਼ਿੰਦਗੀ ਦਾ ਅੰਤ ਹੋਵੇ, ਸੜਕਾਂ ਤੇ ਹੋਵੇ ਜਾਂ ਘਰਾਂ 'ਚ ਸੁੱਤੇ ਹੀ ਰਹਿ ਜਾਣ, ਫਾਹਾ ਹੀ ਲੈ ਲੈਣ, ਇਹ ਨਹੀਂ ਕਿਸੇ ਨੇ ਸੋਚਿਆ ਹੁੰਦਾ ਉੱਥੋਂ ਚੱਲਣ ਤੋਂ ਪਹਿਲਾਂ। ਸੋ ਆਪਾਂ ਥੋੜ੍ਹਾ ਜਿਹਾ ਦੇਖੀਏ ਵੀ ਇਹਦੇ ਪਿੱਛੇ ਜੋ ਰੀਜ਼ਨਸ ਆ
ਉਹਨਾਂ ਤੇ ਕੰਮ ਕਰੀਏ। ਲੈਂਦੇ ਜੀ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ। ਸਾਰਿਆਂ ਕੋਲ ਅੱਛਾ ਭਾਜੀ, ਜਿਵੇਂ ਤੁਸੀਂ ਆਹ ਗੱਲ ਕਰ ਰਹੇ ਸੀਗੇ ਟਰੱਕਾਂ ਦੀ ਨਾ ਭਾਜੀ, ਇੱਥੇ ਮਿਨਿਸਟਰੀ ਦੇ ਵਿੱਚ ਹੁਣ ਇੱਕ ਲਾਅ ਸੀਗਾ ਪਿਛਲੀ ਅੱਜ ਤੋਂ 2007 ਦੇ ਵਿੱਚ ਕਿ 6 ਦੇ ਵਿੱਚ ਲਾਗੂ ਹੋਇਆ ਸੀਗਾ ਕਿ ਜਿੰਨੇ ਵੀ ਟਰੱਕ ਆ 105 ਦੇ ਉੱਪਰ ਵੱਜੇ ਹੋਣੇ ਚਾਹੀਦੇ, ਉਹ ਤੋਂ ਉੱਪਰ ਨਹੀਂ ਜਾਣੇ ਚਾਹੀਦੇ। ਭਾਜੀ ਅੱਜ ਕੱਲ ਕੀ ਕਰ ਰਹੇ ਆ, ਅੱਜ ਕੱਲ ਆਪ ਮਤਲਬ ਜਿਹੜੇ ਨਵੇਂ ਡਰਾਈਵਰ ਆ ਜਾਂ ਫਿਰ ਜਿਹੜੇ ਉੱਦਾਂ ਦੇ ਹੈਗੇ ਆ, ਉਹ ਭਾਜੀ ਓਪਨ ਕਰਵਾਈ ਜਾ ਰਹੇ ਆ ਕਿ 105 ਤੋਂ 110 ਦੀ ਸਪੀਡ ਤੇ ਜਾਈ ਜਾ ਰਹੇ ਆ। 110 ਦੀ ਸਪੀਡ ਓਪਨ ਕਰਵਾ ਰਹੇ ਆ ਕਿ 110 ਤੱਕ ਸਾਡੇ ਟਰੱਕ ਓਪਨ ਹੋਣੇ ਚਾਹੀਦੇ ਆ। ਤੇ ਨੰਬਰ 2 ਆਉਂਦੇ ਆ ਭਾਜੀ, ਉਹਨਾਂ ਦੇ 1 ਹੀ 2 ਹੁੰਦੇ ਕਿਸਾਨ ਕੋਈ ਭਾਈ ਟਰੱਕ ਨਵਾਂ ਆ, ਬ੍ਰੈਂਡ ਨਿਊ ਆ ਹੈ, ਫਿਰ ਟਰੱਕ ਦੀ ਹਾਲਤ ਮਹੀਨੇ ਕੁ ਬਾਅਦ ਏਦਾਂ ਦੀ ਹੋ ਜਾਂਦੀ ਆ ਕਿ ਜਿਹੜੀ ਉਹਦੇ ਵਿੱਚ ਬਹਿਣ ਨੂੰ ਬੰਦੇ ਨੂੰ ਮਿਲਦਾ ਨਹੀਂ। ਨੰਬਰ 3 ਜਿਹੜੇ ਅੱਜ ਕੱਲ ਦੇ ਮੁੰਡੇ ਆ ਰਹੇ ਆ ਜਾਂ ਉਦਾਂ ਵੀ ਆ ਭਾਜੀ, ਫੋਨ ਸਾਰਿਆਂ ਨਾਲੋਂ ਭੈੜੀ ਆਦਤ ਆ। ਪਹਿਲਾਂ ਸਾਡੇ ਸੀਵੀਆਂ ਹੁੰਦੀਆਂ, ਸੀਵੀਆਂ ਦੇ ਉੱਪਰ ਅਸੀਂ ਬਾਜਾਂ ਮਾਰਦੇ ਹੁੰਦੇ ਸੀਗੇ ਭਾਈ ਆਪਾਂ ਇੱਧਰ ਨੂੰ ਜਾਣਾ ਕਿੱਦਾਂ ਆ, ਸੀਵੀ ਤੇ ਹੌਲੀ ਹੌਲੀ ਤੁਰੀ ਜਾਣਾ, ਨਾਲੇ ਅਗਲਾ ਦੱਸੀ ਜਾਣਾ ਸਾਰਿਆਂ ਨੂੰ। ਉੱਥੇ ਜੇ ਕੋਈ ਸੀਵੀ ਦੇ ਨਾਲ ਵੀ ਜੁੜਿਆ ਹੁੰਦਾ ਸੀਗਾ ਉਹਨਾਂ ਨੂੰ ਦੱਸੀ ਜਾਈਦਾ ਸੀਗਾ ਵੀ ਭਾਈ ਅੱਗੇ ਏਦਾਂ ਦਾ ਵੈ ਰਿਹਾ ਜਾਂ ਫਿਰ ਏਦਾਂ ਦੀ ਰੋਡ ਆ ਰਹੀ ਆ ਜਾਂ ਫਿਰ ਆਹ ਹੋ ਰਿਹਾ ਨਾ ਰੋਡ ਦੇ ਉੱਤੇ। ਤੇ ਜਿੰਨੇ ਵੀ ਉਹਦੇ ਲਾਗੇ ਛਾਗੇ ਸੀਗੇ, ਜਿੰਨੇ ਉਹਦੀ ਰੇਂਜ ਤੇ ਆਉਂਦੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਇੱਧਰਲੀ ਰੋਡ ਦੇ ਉੱਤੇ ਕੀ ਹੋ ਰਿਹਾ ਨਾ। ਤੇ ਅੱਜ ਕੱਲ ਭਾਜੀ ਫੋਨ ਹੋ ਗਏ ਅਨਲਿਮਟਿਡ, ਡਾਟਾ ਹੋ ਗਿਆ ਅਨਲਿਮਟਿਡ। ਭਾਜੀ ਮੋਰੇ ਫੋਨ ਲਾ ਕੇ ਬਹਿ ਜਾਂਦੇ ਆ, YouTube ਦੇ ਉੱਪਰ ਕੁਛ ਨਾ ਕੁਛ ਦੇਖਦੇ ਰਹਿੰਦੇ ਆ, ਫੇਸਬੁੱਕ ਦੇ ਉੱਪਰ ਕੁਛ ਨਾ ਕੁਛ ਦੇਖਦੇ ਰਹਿੰਦੇ ਆ। ਇਨਕੇਅਰਲੈਸ ਭਾਜੀ ਇੰਨੀ ਹੋ ਗਈ ਆ। ਹੁਣ ਜਿਹੜੀ ਕੱਲ ਪਰਸੋਂ ਦੀ ਘਟਨਾ ਹੋਈ ਉਹ ਉੱਥੇ ਆਪਣੀ ਵਿੰਟਰ ਵਾਲੀ ਸਾਈਡ ਤੇ ਸੈਲਵਰੀ ਦੇ ਲਾਗੇ, ਉਹ ਭਾਜੀ ਇਨਕੇਅਰਲੈਸ ਤੇ ਆ। ਹੁਣ ਅਸੀਂ ਵੀ ਮੈਂ ਵੀ ਫੋਨ ਚਲਾਉਣਾ ਆ, ਅਸੀਂ ਮਤਲਬ ਫੋਨ ਇੱਕ ਵਾਰੀ ਲਾ ਲਈਦਾ ਤੇ ਜਾਵੇ ਸਿਰੀ ਆ ਉਹਨੂੰ ਕਹਿ ਦਿੱਤਾ ਭਾਈ ਇਹਨੂੰ ਮੈਚ ਕਰਦੇ ਤਾਂ ਉਹਨੂੰ ਕਰਕੇ ਉਹਨਾਂ ਗੱਲਬਾਤ ਕਰੀ ਚਾਹੀਦੀ ਆ ਜੀ। ਭਾਈ ਇੰਨੇ ਇਨਕੇਅਰਲੈਸ ਹੋ ਗਏ ਆ ਕਿ ਮਤਲਬ ਕਿ ਡਰਾਈਵਰ ਦੇਖਦੇ ਹੀ ਨਹੀਂ ਹੈਗੇ ਕਿ ਅੱਗੇ ਕੌਣ ਆਇਆ ਕੌਣ ਨਹੀਂ। ਮਤਲਬ ਇੰਨੀ ਤੇਜ਼ ਆਉਂਦੇ ਆ ਨਾ, ਜੇ ਕੋਈ ਬੰਦਾ ਮਾੜਾ ਕੁ ਹੌਲੀ ਹੋ ਗਿਆ ਤੇ ਭਾਜੀ ਪਿੱਛੇ ਹੌਰਨ ਵੱਜਣੇ ਸ਼ੁਰੂ ਹੋ ਜਾਂਦੇ ਕਿ ਇਹਨੂੰ ਦੌੜਾ, ਮੇਰਾ ਟਰੱਕ ਇੰਨੇ ਤੇ ਜਾ ਰਿਹਾ। ਇਹ ਭਾਜੀ ਗੱਲਾਂ ਬਾਤਾਂ ਹੋ ਰਹੀਆਂ ਟਰੱਕ ਇੰਡਸਟਰੀ 'ਚ, ਏਦਾਂ ਨਹੀਂ ਹੋ ਰਹੀਆਂ। ਇਨਕੇਅਰਲੈਸ ਬਹੁਤ ਡਰਾਈਵਰ ਹੋ ਚੁੱਕੇ ਆ ਮਤਲਬ ਜਿਹੜੇ ਕੇਅਰ ਨਹੀਂ ਕਰ ਰਹੇ ਹੈਗੇ ਕਿਸੇ ਦੀ ਵੀ। ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਕਾਲ ਜੀ। ਜੋਲ ਸਾਹਿਬ ਕਾਫੀ ਕੁਝ ਇਹਨਾਂ ਨੇ ਬਿਆਨ ਕਰ ਹੀ ਦਿੱਤਾ ਵੈਸੇ ਤਾਂ, ਪਰ ਇਹਦੇ 'ਚ ਹੁਣ ਜੇ ਡਰਾਈਵਰ ਅਨਰੂਲੀ ਆ ਨਾ ਤੇ ਉਹ ਡਰਾਈਵਰਾਂ ਦੇ ਜਿਹੜੇ ਇੰਪਲੋਇਰ ਆ, ਟਰੱਕਿੰਗ ਕੰਪਨੀਆਂ ਆ, ਉਹਨਾਂ 'ਚ ਵੀ ਅਨਰੂਲੀ ਓਨਰਸ ਦੀ ਮੈਨੇਜਮੈਂਟ ਦੀ ਕੋਈ ਘਾਟ ਨਹੀਂ ਆ ਜੀ। ਕਿਉਂਕਿ ਜਦੋਂ ਆਪਾਂ ਡਰਾਈਵਰ ਨਾਲ ਗੱਲ ਕਰਦੇ ਆ ਨਾ ਤੇ ਉਹ ਕਹਿੰਦੇ ਵੀ ਸਾਡੇ ਤੇ ਪ੍ਰੈਸ਼ਰ ਪਾਉਂਦੇ ਆ ਮਗਰੋਂ ਫੋਨ ਕਰ ਕਰਕੇ, ਅੱਛਾ ਬਾਰਡਰ ਤੇ ਖੜਾ, ਛੇਤੀ ਕਰ ਪੁੱਛ। ਮਤਲਬ ਕਿ ਨਵੀਂ ਤਰ੍ਹਾਂ ਦਾ ਆਪਾਂ ਦਕੀਆਨੂਸੀ ਕਲਚਰ ਬਣਾ ਰਹੇ ਆ ਇੱਥੇ ਆਪਣੇ ਗਰੀਡ ਹਨਾ। ਵੀ ਅਸੀਂ ਕਿਸੇ ਰੂਲ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਦਿਮਾਗ ਵਿੱਚ ਆਈ ਜਾਂਦਾ। ਵੀ ਜਿੱਦਾਂ ਆਪਾਂ ਉੱਥੇ ਪਿੱਛੇ ਨਾ ਪਤਾ ਲੱਗਦਾ ਰਹਿੰਦਾ ਵੀ ਇਹ ਕੁਐਸਚਨ ਹੁਣ ਬਹੁਤ ਵੱਡਾ ਮਾਰਕ ਹੋ ਰਿਹਾ ਕਿ ਬਾਕੀਆਂ ਹੀ ਕਮਿਊਨਿਟੀਆਂ 'ਚ ਸਾਰੀ ਤਰ੍ਹਾਂ ਦੇ ਬਿਜ਼ਨਸ ਸਹੀ ਚੱਲਦੇ ਆ, ਉਹਨਾਂ ਦੇ ਲਈ ਮਿਨਿਸਟਰੀਆਂ ਵੀ ਠੀਕ ਆ। ਵੀ ਅਸੀਂ ਲੱਕ ਬੰਨਿਆ ਹੋਇਆ ਜਾਣੀ ਮਿਨਿਸਟਰੀਆਂ 'ਚ ਨੁਕਸਾ, ਬਰੈਂਪਟਨ 'ਚ ਨੁਕਸਾ, ਓਨਟਾਰੀਓ 'ਚ ਨੁਕਸਾ। ਤੇ ਵੀ ਇਹ ਕੀ ਗੱਲ ਸਾਨੂੰ ਬਿਜ਼ਨਸ ਨਹੀਂ ਕਰਨਾ ਆਉਂਦਾ ਵੀ ਜਾਂ ਸਾਡੇ ਹੀ ਕਿਉਂ ਇੰਨੇ ਰੌਲੇ ਪੈਂਦੇ ਆ। ਕੋਈ ਇੰਪਲੋਇਰ ਤੁਸੀਂ ਸੁਣਿਆ ਵੀ ਉਹਨਾਂ ਦੀ ਘਰ ਦੇ ਬਾਹਰ ਜਾ ਕੇ ਕਿਸੇ ਹੋਰ ਕਮਿਊਨਿਟੀ ਦੇ ਲੋਕਾਂ ਨੇ, ਵਰਕਰਾਂ ਨੇ ਉਹਨਾਂ ਦੇ ਬਾਹਰ ਜਾ ਕੇ ਉਹਨਾਂ ਨੂੰ ਡੈਮੋਨਸਟ੍ਰੇਸ਼ਨ ਕਰਨਾ ਪਿਆ ਹੋਵੇ? ਇਹ ਪੰਜਾਬੀਆਂ ਨੇ ਨਵਾਂ ਕਲਚਰ ਬਣਾਇਆ, ਮਤਲਬ ਉਹ ਇੰਪਲੋਇਰ ਵੀ ਪੰਜਾਬੀ ਤੇ ਜਿਹੜੇ ਉਹ ਵਰਕਰ ਸੀਗੇ ਉਹ ਵੀ ਪੰਜਾਬੀ। ਸੋ ਇਸ ਕਰਕੇ ਵੀ ਕੀ ਸਾਡਾ ਬਿਜ਼ਨਸ ਮਾਈਂਡ ਹੈਗਾ ਵੀ ਆ ਜਿਹੜਾ ਅਸੀਂ ਹੁਣ ਜਿਹੜਾ ਵੀ ਕੀਤਾ ਜਿਹਦੇ 'ਚ ਸਾਡਾ ਹੱਥ ਉੱਤੇ ਹੋਇਆ, ਸਾਡੇ ਆਪਣੇ ਘਰ ਭਰ ਗਏ ਹੋਣਗੇ ਪਰ ਨਾਲ ਹੀ ਬੇੜਾ ਗਰਕ ਹੋ ਗਿਆ ਉਸ ਪ੍ਰੋਫੈਸ਼ਨ ਦਾ ਹੀ। ਕਦੇ ਆਪਾਂ ਸਵਾਲ ਕਰਦੇ ਹੁੰਦੇ ਵੀ ਦੱਸ ਦਿਓ ਜਿਹੜਾ ਪ੍ਰੋਫੈਸ਼ਨ ਬਚਿਆ। ਫਿਰ ਕੋਈ ਇੱਕ ਪ੍ਰੋਫੈਸ਼ਨ ਸਵਾਲ ਤੇ ਸੌਖਾ ਹੀ ਆ, ਜਵਾਬ ਦੇਣਾ ਕਿਉਂ ਔਖਾ ਹੈਗਾ ਵੀ ਕੋਈ ਇੱਕ ਪ੍ਰੋਫੈਸ਼ਨ ਬਚਿਆ ਕਿਉਂਕਿ ਸਾਨੂੰ ਆਪਣੇ ਘਰ ਹੀ ਭਰਨ ਦੀ ਕਾਹਲੀ ਆ। ਮਤਲਬ ਖੂਹ ਤੇ ਖਾਤੇ 'ਚ ਪੈ ਜਾਵੇ ਕੈਨੇਡਾ, ਓਨਟਾਰੀਓ ਤੇ ਬਰੈਂਪਟਨ, ਮੈਨੂੰ ਕੀ ਲੱਗੇ। ਏਦਾਂ ਨੰਬਰ 1 ਦੇਸ਼ ਜਿਹੜੇ ਆ ਉਹ ਬੇੜਾ ਉਹਨਾਂ ਦਾ ਗਰਕ ਕਰਕੇ ਲੋਕ ਜਾਣੀ ਜਦੋਂ ਸੈਲਫਿਸ਼ ਹੋ ਜਾਣ ਕਿਰਦਾਰਾਂ ਵਾਲੇ ਜੀ, ਫੇਰ ਮੁਲਕ ਨੰਬਰ 1 ਨਹੀਂ ਰਹਿੰਦੇ ਹੁੰਦੇ। ਸੋ ਇਸ ਕਰਕੇ ਇਹ ਜੋ ਵੀ ਹੁਣ ਸਭ ਕੁਝ ਸਿਸਟਮਾਂ ਨੂੰ ਆਰੀਆਂ ਫਿਰ ਰਹੀਆਂ, ਆਪਣੇ ਸਾਹਮਣੇ ਫਿਰ ਰਹੀਆਂ ਜੀ ਹਨਾ, ਸਾਹਮਣੇ ਫਿਰ ਰਹੀਆਂ ਤੇ ਆਪਾਂ ਸਿਰਫ ਗੱਲਾਂ ਕਰ ਰਹੇ ਹਾਂ ਤੇ ਕੰਡੇ ਲੂ ਰਹੇ ਹਾਂ ਹਨਾ ਜੀ। ਆਪਾਂ ਕਰਨ ਵਾਲਾ ਕੰਮ ਨਹੀਂ ਕਰਦੇ।
ਜੀ ਆਪਾਂ ਕਰਨ ਵਾਲਾ ਕੰਮ ਨਹੀਂ ਕਰਦੇ। ਪਿੱਛੇ ਇੱਕ ਭੈਣ ਜੀ ਦਾ ਫੋਨ ਆਇਆ ਸੀ ਤੋਂ ਤੇ ਪਿੱਛੋਂ ਉਹਨੂੰ ਹੌਰਨ ਮਾਰੀ ਜਾਂਦਾ ਸੀ ਟਰੱਕ ਵਾਲਾ ਵੀ ਮੈਂ ਓਵਰਟੇਕ ਕਰਨਾ, ਤੂੰ ਤੇਜ਼ ਚਲਾ ਹਨਾ। ਆਖਰ ਜਾਣੀ ਕਿ ਅਨਸੇਫਲੀ ਉਹਨੂੰ ਓਵਰਟੇਕ ਕਰਕੇ ਹੀ ਸਾਹ ਆਇਆ ਉਸ ਟਰੱਕ ਵਾਲੇ ਨੂੰ। ਉਹ ਕਹਿੰਦੀ ਜਦੋਂ ਗਾਂਹ ਜਾ ਕੇ ਫਿਰ ਰੁਕੇ, ਉੱਥੇ ਜਾ ਕੇ ਮੈਂ ਉਹਦੇ ਨਾਲ ਲੜੀ। ਦੈਟ ਇਜ਼ ਨਾਟ ਦ ਵੇ ਐਕਚੁਅਲੀ ਹਨਾ। ਹਲੇ ਕਿਉਂ ਕੈਨੇਡੀਅਨ ਬੋਰਨ ਬੀਬੀ ਆ। ਜੀ 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 ਆਪਾਂ ਜਸਟ ਇਹ ਜਿਹੜੇ ਅਨਰੂਲੀ ਡਰਾਈਵਰਸ ਆ ਉਹਨਾਂ ਦੀ ਇੱਕ ਨੰਬਰ ਪਲੇਟ ਦੀ ਫੋਟੋ ਖਿੱਚਣੀ ਆ, ਉਹਨੂੰ ਕੁਝ ਨਹੀਂ ਕਹਿਣ ਦੀ ਲੋੜ। ਉਹਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਬਣਾਉਣੀ ਆ, ਉਹ ਇੱਕ ਉਹਨਾਂ ਦੀ ਕੰਪਨੀ ਕੋਲ ਸਬਮਿਟ ਕਰ ਦਿਓ, ਇੱਕ ਮਿਨਿਸਟਰੀ ਕੋਲ ਸਬਮਿਟ ਕਰ ਦਿਓ। ਲੱਗਦਾ ਆ ਵੀ ਮਹੀਨੇ ਖੰਡ ਚ ਉਹਨੂੰ ਪਤਾ ਲੱਗ ਜੂ ਵੀ ਟਰੱਕ ਕਿੱਦਾਂ ਚਲਾਉਣਾ। ਰਾਈਟ। ਪਰ ਕਿਉਂਕਿ ਆਪਾਂ ਪ੍ਰੋਪਰ ਜਾਣੀ ਕਿ ਨਹੀਂ ਕੰਮ ਕਰਦੇ, ਏਦਾਂ ਗੱਲਾਂ ਹੀ ਕਰੀ ਜਾਂਦੇ ਆ ਤੇ ਅਨਰੂਲੀ ਲੋਕ ਜਿਹੜੇ ਆ, ਭਾਵੇਂ ਉਹ ਅਨਰੂਲੀ ਡਰਾਈਵਰ ਆ, ਅਨਰੂਲੀ ਭਾਵੇਂ ਉਹ ਕੰਪਨੀਆਂ ਦੇ ਮਾਲਕ ਆ, ਜੋ ਵੀ ਆ, ਉਹਨਾਂ ਦੇ ਅਨਰੂਲੀ ਹੋਣ ਕਰਕੇ ਜਾਣੀ ਸਾਡਾ ਇੱਥੇ ਦਾ ਸਿਸਟਮ ਆ ਜਿਹੜਾ ਉਹ ਸਤਿਆਨਾਸ਼ ਹੋਈ ਜਾਂਦਾ ਵੀ ਉਹਨਾਂ ਦੇ ਘਰ ਭਰਦੇ ਹੋਣਗੇ, ਵੀਡੀਓ ਭਰਦੇ ਹੀ ਆ, ਮਤਲਬ ਜੇ ਉਹਨਾਂ ਦੀਆਂ ਗਾਂ ਬ੍ਰਾਂਚਾਂ ਵੱਧ ਰਹੀਆਂ ਤਾਂ। ਪਰ ਜਾਣੀ ਕਿ ਉਹ ਸੈਲਫ ਇੰਟਰਸਟ ਵਾਸਤੇ ਕਿੱਦਾਂ ਬਰਬਾਦੀ ਕੈਨੇਡਾ ਦੀ ਇਹ ਅਨਰੂਲੀ ਲੋਕਾਂ ਨੇ ਕੀਤੀ ਹੋਈ ਆ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਆ। ਪਰ ਕਿਉਂਕਿ ਤੁਸੀਂ ਵੀ ਗੱਲਾਂ ਭੈਣ ਭਰਾਓ ਪ੍ਰੋਪਰਲੀ ਮਤਲਬ ਐਕਸ਼ਨ ਨਹੀਂ ਲੈ ਰਹੇ ਹੋ, ਗੱਲਾਂ ਹੀ ਕਰ ਰਹੇ ਹੋ। 20 25 30 ਸਾਲਾਂ ਤੋਂ ਤੇ ਗੱਲਾਂ ਹੀ ਹੋ ਰਹੀਆਂ ਕਰਕੇ ਸਾਰੀ ਸਿਉਂਕ ਤੇ ਘੁਣ ਵਧੀ ਕਿਉਂ ਆ? ਹਰ ਬੇਈਮਾਨੀ ਹੈ ਨਾ ਜੀ, ਕਿਉਂਕਿ ਗੱਲਾਂ ਹੀ ਕਰੀ ਜਾ ਰਹੇ ਆਪਾਂ। ਸਿਸਟਮ ਤਾਂ ਹੈਗਾ ਬਲਵਾਨ ਸਮਰੱਥ ਇਹਨਾਂ ਨੂੰ ਸਾਂਭਣ ਦੇ, ਪਰ ਤੁਸੀਂ ਸਿਸਟਮ ਨੂੰ ਸਪੋਰਟ ਹੀ ਨਹੀਂ ਕਰਦੇ। ਸਿਸਟਮ ਨੂੰ ਸਪੋਰਟ ਨਹੀਂ ਕਰਦੇ। ਆਪਾਂ ਚਾਹੁੰਦੇ ਹਾਂ ਵੀ ਸਿਸਟਮ ਇਹਨਾਂ ਨੂੰ ਘਰੇ ਆ ਕੇ ਫੜੇ। ਏਦਾਂ ਕੈਨੇਡਾ ਨਹੀਂ ਚੱਲਦਾ ਸੀ ਕਦੇ ਵੀ। ਸਿਸਟਮ ਆ ਕੇ ਇਹਨਾਂ ਨੂੰ ਫੜੇ, ਸਿਸਟਮ ਫੜੂਗਾ। ਪਰ ਸਿਸਟਮ ਨੂੰ ਭੈਣ ਭਰਾਓ ਜਿਹੜੇ ਤੁਸੀਂ ਦੇਖ ਰਹੇ ਆ, ਉਹ ਸਿਸਟਮ ਦੇ ਸਹਿਯੋਗੀ ਹੁੰਦੇ ਆ ਹਰ ਨੰਬਰ 1 ਮੁਲਕ ਦੇ ਵਿੱਚ। ਜੀ ਇੱਥੇ ਨਹੀਂ, ਸਾਰੀ ਦੁਨੀਆ ਚ ਜਿੱਥੇ 5 7 10 12 ਗਿਣੇ ਚੁਣੇ ਮੁਲਕ ਆ, ਕਿੱਦਾਂ ਆ ਨੰਬਰ 1? ਲੋਕ ਬਰਾਬਰ ਦੇ ਪਾਰਟਿਸਪੈਂਟ ਆ ਜੇ ਉਹਨਾਂ ਨੇ ਨੰਬਰ 1 ਰੱਖਣਾ ਤਾਂ। ਤੁਸੀਂ ਤਾਂ ਆਪਾਂ ਤਾਂ ਲੁਕਾਉਣ ਦੇ, ਆਪਾਂ ਨੇ ਕੀ ਹੈ ਲੁਕਾਉਣੀ ਆ ਬੁਰਾਈ ਜੀ। ਆਪਣੇ ਗੁਆਂਢੀ ਦੀ ਵੀ ਲੁਕਾਉਣੀ ਆ, ਆਪਣੇ ਪਰਿਵਾਰ ਰਿਸ਼ਤੇਦਾਰਾਂ ਦੀ ਵੀ ਲੁਕਾਉਣੀ ਆ ਵੀ ਪਤਾ ਨਾ ਲੱਗ ਜੇ। ਪਤਾ ਨਾ ਲੱਗ ਜੇ ਤੇ ਉਹਨੇ ਠੀਕ ਕਿੱਦਾਂ ਹੋਣਾ? ਇਹ ਮੇਨ ਰੀਜ਼ਨ ਆ ਕਿ ਸਾਡੇ ਵਿੱਚ ਇਹ ਕਮਜ਼ੋਰੀ ਆ। ਇਹਦੇ ਤੇ ਥੋੜਾ ਜਿਹਾ ਧਿਆਨ ਕਰੋ, ਐਜੂਕੇਟ ਹੋਈਏ ਜੀ। ਜੇ ਤੁਸੀਂ ਕੈਨੇਡਾ ਨੂੰ ਬਚਾਉਣਾ ਆ ਤੇ, ਨਹੀਂ ਤੇ ਫਿਰ ਤੁਸੀਂ ਦੇਖ ਲਿਓ ਜ਼ਿੰਦਗੀ ਤਾਂ ਖਤਮ ਹੋ ਹੀ ਜਾਣੀ ਆ ਨਾ ਇੱਕ ਦਿਨ। ਸਾਰਿਆਂ ਨੇ ਜਾਣਾ ਹੀ ਆ ਸੰਸਾਰ ਚੋਂ ਜੀ। ਮਗਰੋਂ ਕੀ ਯਾਦ ਕਰਨਗੀਆਂ ਨਸਲਾਂ ਵੀ ਕੀ ਇਹ ਲੋਕ ਆਏ ਸੀ ਤੇ ਕੀ ਇਹ ਕਰਕੇ ਗਏ ਆ? ਆਏ ਤੇ ਆਈਆਂ ਸੀ ਵੀ ਨੰਬਰ 1 ਮੁਲਕ ਆ, ਏਦਾਂ ਸਤਿਆਨਾਸ਼ ਕਰ ਗਈਆਂ, ਆਹ ਕਰ ਗਈਆਂ, ਆਹ ਕਰ ਗਏ, ਲਾਲਚੀ ਇਹ ਲਾਲਚਣਾ। ਸੋ ਥੋੜਾ ਜਿਹਾ ਸੋਚੀਏ। ਮੈਨੂੰ ਤਾਂ ਲੱਗਦਾ ਸਿਸਟਮ ਸਮਰੱਥ ਹੈਗਾ, ਪਰ ਆਪਾਂ ਸਿਸਟਮ ਦਾ ਸਾਥ ਨਹੀਂ ਦੇ ਰਹੇ, ਉਹਨੂੰ ਹੋਰ ਵੀਕ ਤੋਂ ਵੀਕ ਕਰੀ ਜਾ ਰਹੇ ਆ ਜੀ। ਕਿਉਂਕਿ ਇਹ ਅਨਰੂਲੀ ਲੋਕ, ਤੁਸੀਂ ਸਿਰਫ ਇਹਨਾਂ ਦੇ ਮੂੰਹ ਵੱਲ ਹੀ ਦੇਖੀ ਜਾ ਰਹੇ ਹੋ। ਕਾਲਜ ਨੂੰ ਬੇਨਤੀ ਹੈ ਕਿ ਪਲੀਜ਼ ਰੇਡੀਓ ਦੀ ਵੋਲਿਊਮ ਪਿੱਛੇ ਘੱਟ ਕਰੋ, ਟਾਈਮ ਤੁਹਾਡੇ ਕੋਲ ਨਹੀਂ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਅਰਸ਼ ਭਾਈ ਜੀ, ਸਤਪਾਲ ਚੌਲ ਜੀ, ਸਤਿ ਸ੍ਰੀ ਅਕਾਲ ਜੀ। ਕਾਲਾ ਭਾਜੀ ਕੀ ਹਾਲ ਚਾਲ? ਵਧੀਆ ਜੀ, ਬਹੁਤ ਸੋਹਣਾ ਬਾਈ ਜੀ ਖਬਰਾਂ ਪੰਜਾਬੀ ਦੇ ਵਿੱਚ ਪੜ੍ਹ ਰਹੇ ਆ, ਸਮਝਾ ਵੀ ਰਹੇ ਆ। ਜਿਹੜੇ ਸਿਆਣੇ ਲੋਕ ਉਹਨਾਂ ਨੂੰ ਵੀ ਸਮਝਾਉਂਦੇ ਆ, ਦੂਜਿਆਂ ਨੂੰ ਤਾਂ ਸਮਝਾਉਣਾ ਹੀ ਇਹਨਾਂ ਦਾ ਵੀ ਫਰਜ਼ ਬਣਦਾ, ਤੇ ਜਿਹੜੇ ਸਮਝਣ ਵਾਲੇ ਉਹਨਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਮੈਂ ਨਾ 20 ਸਾਲ ਹੋ ਗਏ ਅਰਸ਼ ਬਾਈ ਜੀ ਕੰਪਨੀ ਗੋਰਿਆਂ ਨਾਲ ਕੰਮ ਕਰਦੇ ਆ। ਜਿਹੜੇ ਬਾਈ ਜੀ ਕਹਿ ਕੇ ਗਏ ਨਾ ਵੀ ਟਰੱਕ ਖਿਲਾ ਦਿੰਦੇ ਆ, ਇਹ ਬੰਦੇ ਉਹੀ ਖਿਲਾਉਂਦੇ ਆ ਜਿਹੜੇ ਆਪ ਹੈਗੇ ਆ ਓਨਰ, ਆਪਰੇਟਰ, ਮਾਲਕ ਟਰੱਕਾਂ ਦੇ। ਅਸੀਂ ਡਰਾਈਵਰ ਆ, ਸਾਨੂੰ ਤਾਂ ਕੋਈ ਨਹੀਂ ਖੋਲ ਕੇ ਦਿੰਦੇ ਗਏ। ਅਸੀਂ ਬਹੁਤ ਮਿਹਨਤਾਂ ਤਰਲੇ ਕਰਦੇ ਉਹਨਾਂ ਦੀਆਂ ਗੋਰਿਆਂ ਨੇ ਵੀ ਸਾਨੂੰ ਖੋਲ ਦਿਓ। ਕਹਿੰਦੇ ਨਾ, ਜੇ ਖਿਲਾਉਣੇ ਆ ਤਾਂ ਫਿਰ ਤੁਸੀਂ ਘਰੇ ਦੇਵੋ ਕਹਿੰਦੇ। ਤੇ ਇਹ ਨਾ ਜਿਹੜੇ ਹੁਣ 25 ਸਾਲ ਦੇ 30 ਸਾਲ ਦੇ ਗੂਠੇ ਲੱਗੇ ਘਰ, ਉਦੋਂ ਹੀ ਫ੍ਰੀ ਹੋਣੇ, ਇੱਕ ਦਿਨ ਨਹੀਂ ਹੋਣਗੇ। ਅੱਜ ਆ ਜੇ 8 ਇੰਜਣ ਹੁੰਦੇ, ਚੜਨ ਤੇ ਕਿੰਨਾ ਟਾਈਮ ਲੱਗਦਾ ਹੈ, ਤੇ ਥੋੜਾ 에ਅਰ ਦਾ ਟਾਈਮ ਬਹੁਤ ਕੀਮਤੀ ਹੈ। ਸ਼ਾਬਾਸ਼ ਬਾਈ ਜੀ, ਬਹੁਤ ਬਹੁਤ ਧੰਨਵਾਦ ਕਾਲਾ ਭਾਈ, ਥੈਂਕ ਯੂ ਸੋ ਮਚ ਜੀ। ਲੈਟਸ ਟੇਕ ਦ ਨੈਕਸਟ ਕਾਲ ਆਨ ਦੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਐਸ ਜੀ ਤੇ ਸਤਪਾਲ ਜੀ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ। ਮੈਂ ਸਤਪਾਲ ਜੋ ਜੀ ਤੁਹਾਡੇ ਵਿਊਜ਼ ਲੈਣਾ ਚਾਹੁੰਦਾ। ਦੇਖੋ ਇੱਥੇ ਕਈ ਕੰਪਨੀਆਂ ਹੈਗੀਆਂ ਜੀ, ਆਪਣੇ ਪੰਜਾਬੀਆਂ ਦੀਆਂ ਕੰਪਨੀਆਂ ਨੇ, 100 200 ਟਰੱਕ ਹੈਗਾ ਜੀ। ਇਹਦੇ 'ਚ ਕੀ ਹੁੰਦਾ ਹੈਗਾ ਜੀ, ਜਦੋਂ ਬਾਈ ਚਾਂਸ ਪਿੱਛੋਂ ਜਿਹੜਾ ਟਰੱਕ ਆਉਂਦਾ ਜੀ, ਉਹਦੇ 'ਚ ਲਿਮਿਟਰ ਲੱਗਿਆ ਹੁੰਦਾ, ਉਹ ਯਾਨੀ ਕਿ ਆਪਣੇ 105 ਹੁੰਦਾ ਜੀ। ਹਾਂਜੀ, ਤੇ ਇੱਥੇ ਕੀ ਕਰਦੇ ਨੇ ਜੀ ਆਪਣੇ ਲੋਕ, ਯਾਨੀ ਕਿ ਨਾ ਜੀ ਸਿਰਫ ਉਹਨੂੰ ਜਦੋਂ ਓਪਨ ਕਰਵਾ ਲੈਂਦੇ ਨੇ, ਉਹ ਕੰਪਿਊਟਰ 'ਚ ਤਾਂ 105 ਸ਼ੋ ਕਰਦਾ ਹੈਗਾ ਜੀ ਵੀ ਇਹ ਬੰਨਿਆ, ਲੇਕਿਨ ਉਸ ਨੂੰ ਥੋੜੇ ਜਿਹੇ ਪੈਸੇ ਦੇ ਕੇ ਉਹ ਬਾਹਰ ਯਾਨੀ ਕਿ ਵੀ ਖਿਲਾ ਲੈਂਦੇ ਨੇ ਜੀ। 108 9 ਤੱਕ ਜਾਂਦਾ ਹੈਗਾ ਜੀ, 10 ਤੱਕ ਵੀ ਟਰੱਕ ਚਲਾ ਜਾਂਦਾ ਹੈਗਾ। ਇਹਦੇ ਵਿੱਚ ਕੀ ਹੈਗਾ ਜੀ, ਉਹ ਤੁਹਾਨੂੰ DOT ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਜੀ। ਉਹ ਜਦੋਂ ਤੁਸੀਂ ਚਲਾਓਗੇ ਨਾ ਟਰੱਕ, ਉਦੋਂ ਹੀ ਪਤਾ ਲੱਗਦਾ ਹੈਗਾ। ਇਹਦੇ ਵਿੱਚ ਕੀ ਹੈਗਾ ਆਪਣਾ ਸਤਪਾਲ ਜੋਲ ਜੀ, ਇਹ ਨਾ ਯਾਨੀ ਕਿ ਵੀ ਆਪਣੇ ਬੰਦਿਆਂ ਨੇ ਸਿਸਟਮ ਨੂੰ ਬਹੁਤ ਜ਼ਿਆਦਾ ਖਤਮ ਕਰ ਦਿੱਤਾ ਹੈਗਾ, ਕਿਉਂਕਿ ਇੱਥੇ 200 ਟਰੱਕ ਵਾਲਿਆਂ ਨੇ ਆਪਣੇ ਟਰੱਕ ਖਿਲਾਏ ਹੋਏ ਨੇ, ਬਹੁਤ ਵੱਡੀਆਂ ਕੰਪਨੀ ਅਸੀਂ ਦੇਖੀ ਦੇ ਆ। ਬਾਕੀ ਇੱਕ ਦੇਖੋ ਇਹ ਨਾ ਜਿਹੜੇ ਆਪਣੇ ਹੁਣ ਨਵੇਂ ਯੰਗ ਡਰਾਈਵਰ ਆਉਂਦੇ ਨੇ ਜੀ, ਜਦੋਂ ਸਾਡੇ ਕੋਲ 42 43 ਹਜ਼ਾਰ ਪਾਉਂਡ ਭਾਰ ਹੁੰਦਾ ਨਾ ਜੀ ਟਰੱਕ ਦੇ ਵਿੱਚ,
ਤੁਸੀਂ ਟਰੱਕ ਨੂੰ ਅਗਰ ਬ੍ਰੇਕ ਲਾਉਣੀ ਆ ਤੁਹਾਨੂੰ ਪੂਰਾ ਯਾਨੀ ਕਿ ਵੀ ਜ਼ੋਰ ਲਾਉਣਾ ਪੈਂਦਾ ਤੁਹਾਨੂੰ ਲੱਤ ਤੇ। ਇੱਥੇ ਹੁਣ ਅਸੀਂ ਕਈ ਬੰਦੇ ਦੇਖੇ ਹੈਗੇ ਨੇ ਜੀ, ਉਹ ਸਲੀਪਰ ਜਾਂ ਚੱਪਲ ਪਾ ਕੇ ਬ੍ਰੇਕ ਲਾਉਂਦਾ ਜਦ ਕਿ ਤੁਹਾਡੀ ਬ੍ਰੇਕ ਨਹੀਂ ਲੱਗਦੀ। ਆਪਾਂ ਨੂੰ ਜਿਹੜੇ ਸੇਫਟੀ ਆ ਨਾ, ਜਿਹੜੇ ਗੋਰਿਆਂ ਨੇ ਰੂਲ ਬਣਾਏ ਹੋਏ ਨੇ, ਸੇਫਟੀ ਸ਼ੂ ਪਾਉਣੇ ਚਾਹੀਦੇ ਨੇ। ਆਪਣੇ ਮੈਂ ਬਹੁਤ ਘੱਟ ਬੰਦਿਆਂ ਨੇ ਦੇਖੇ ਹੈਗੇ ਨੇ ਜੀ, ਵੀ ਯਾਨੀ ਕਿ ਹੈਗੇ ਜੀ ਬਹੁਤ ਜਿਹੜੇ ਪੁਰਾਣੇ ਸਿਆਣੇ ਹੈਗੇ, ਉਹ ਸੇਫਟੀ ਸ਼ੂ ਜਾਂ ਆਪਣੇ ਦੂਸਰੇ ਸ਼ੂ ਪਾ ਕੇ ਪਾਉਂਦੇ। ਇੱਥੇ ਕਈ ਅਸੀਂ ਦੇਖੇ ਦੇ ਨੇ ਜਾਂ ਰੂਟ ਤੇ ਉਹ ਸਲੀਪਰ ਬ੍ਰੇਕ ਯਾਨੀ ਕਿ ਵੀ ਸਲੀਪਰ ਪਾ ਕੇ ਬ੍ਰੇਕ ਲਾਉਂਦੇ। ਲੇਕਿਨ ਜਦੋਂ ਟਰੱਕ ਨੂੰ ਤੁਸੀਂ ਹੈਵੀ ਨੂੰ ਬ੍ਰੇਕ ਲਾਉਣੀ ਹੁੰਦੀ ਹੈ ਨਾ ਜੀ, ਉਹ ਲੱਗਦੀ ਨਹੀਂ ਹੈਗੀ ਜੀ। ਤੁਸੀਂ ਗੋਰਿਆਂ ਦੇ ਜਿਹੜਾ ਵੀ ਮਰਜ਼ੀ ਦੇਖ ਲਓ, ਐਡੇ ਐਡੇ ਉਹਨਾਂ ਨੇ ਭਾਰੇ ਸੇਫਟੀ ਸ਼ੂ ਪਾਏ ਹੁੰਦੇ ਨੇ। ਇਹਨਾਂ ਨੇ ਰੂਲ ਬਣਾਏ ਨੇ ਕਿਸੇ ਪ੍ਰੋਪਰ ਢੰਗ ਵਾਸਤੇ। ਸੋ ਇਹਦੇ ਵਿੱਚ ਸਤਪਾਲ ਜੌਲ ਜੀ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ। ਆਪਣੇ ਬੰਦਿਆਂ ਨੇ ਇੱਥੇ ਰੂਲ ਤੋੜਨ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਅੱਗੇ ਨੇ ਜੀ। ਪਤਾ ਨਹੀਂ ਇਹਨਾਂ ਨੇ ਕੀ ਜੀ 5-5000 ਸਕੁਅਰ ਫੁੱਟ ਦਾ ਘਰ ਲੈਣਾ ਜਾਂ 12-12,000 ਸਕੁਅਰ ਫੁੱਟ ਦਾ ਘਰ ਲੈਣਾ ਜੀ, ਮੈਨੂੰ ਨਹੀਂ ਜੀ ਇਸ ਚੀਜ਼ ਦੀ ਸਮਝ ਆਉਂਦੀ। ਪਰ ਇਹੀ ਕਾਰਨ ਆ ਜੀ, ਅੱਜ ਕੱਲ੍ਹ ਰੋਡ ਜਿਹੜੀਆਂ ਹੈਗੀਆਂ ਨੇ ਜੀ, ਉਹ ਸੇਫ ਨਹੀਂ ਹੈਗੀਆਂ ਜੀ। ਅਸੀਂ ਤਾਂ ਕਈ ਵਾਰੀ ਡਰਦੇ ਹਾਂ। ਅੱਜ ਕੱਲ੍ਹ ਜਿਹੜਾ ਟਰੱਕ ਵੱਜਦਾ ਨਾ, ਉਹ ਫਰੰਟ ਤੋਂ ਆ ਕੇ ਵੱਜਦਾ ਜੀ ਬੰਦੇ ਦੇ ਵਿੱਚ, ਯਾਨੀ ਕਿ ਕਹਿਣ ਦਾ ਮਤਲਬ, ਕਿਉਂਕਿ ਕੰਟਰੋਲ ਨਹੀਂ ਰਹਿੰਦਾ ਹੈਗਾ ਜੀ। ਉਹਨਾਂ ਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਅਸੀਂ ਬ੍ਰੇਕ ਲਾਉਣੀ ਹੈ, ਕੀ ਕਰਨਾ ਹੈਗਾ, ਜਾਂ ਕਦੇ ਉਹਦੇ 'ਚ ਸਲਾਈਡ ਕਰ ਦਿੰਦੇ ਨੇ ਜੀ, ਲੋਡ ਵਗੈਰਾ ਜਾਂ ਕੁਛ ਵੀ ਆ ਇਸ ਤਰ੍ਹਾਂ। ਯਾਨੀ ਕਿ ਵੀ ਇੱਥੇ ਸਿਸਟਮ ਦੀਆਂ ਧੱਜੀਆਂ ਉੱਡ ਰਹੀਆਂ ਹੈਗੀਆਂ ਨੇ। ਜੇ ਨਹੀਂ ਇਸ ਚੀਜ਼ ਤੇ ਕੰਟਰੋਲ ਕੀਤਾ ਜੀ, ਆਉਣ ਵਾਲੇ ਸਾਲਾਂ 'ਚ ਹੋ ਤਾਂ ਗਿਆ, ਆਉਣ ਵਾਲੇ ਸਾਲਾਂ 'ਚ ਇਸ ਕੈਨੇਡਾ ਦਾ ਹਾਲ ਬਹੁਤ ਬਦਤਰ ਹੋ ਜਾਣਾ ਹੈਗਾ। ਇਹਦੇ 'ਚ ਮੈਂ ਵਿਊ ਲੈ ਥੋੜਾ ਜਿਹਾ ਲਾਈਨ ਤੇ ਰਿਓ, ਲਾਈਨ ਨਾ ਛੱਡਿਓ। ਹਾਂਜੀ, ਤੁਸੀਂ ਕਿਹਾ ਵੀ ਕਈ ਕੰਪਨੀਆਂ, ਹਾਂਜੀ, ਕੋਈ ਹੈਗੀਆਂ ਇੱਕ ਦੋ ਤੁਹਾਡੇ ਨੋਟਿਸ ਵਿੱਚ ਕਿਹੜੀਆਂ ਹੈਗੀਆਂ ਜੀ? ਹੈਗੀਆਂ। ਅਸੀਂ ਟਰੱਕ ਰੋਡ ਤੇ ਜਾਂਦੇ ਦੇਖੇ ਜੇ ਹੈਗੇ ਆ ਜੀ। ਅਸੀਂ ਦੇਖਦੇ ਹਾਂ ਸਾਡੇ ਕੋਲੋਂ ਟਰੱਕ ਨਿਕਲ ਜਾਂਦੇ ਨੇ। ਤੁਹਾਡੇ ਨੋਟਿਸ ਵਿੱਚ ਆ ਨਾ? ਹਾਂਜੀ, ਹਾਂਜੀ। ਉਹਨਾਂ ਨੂੰ ਕਈ ਕੰਪਨੀਆਂ ਕਹਿਣਾ ਤੁਸੀਂ ਛੱਡ ਦੇਣਾ ਆ ਤੇ ਉਹਨਾਂ ਬਾਰੇ ਪ੍ਰੋਪਰ ਐਕਸ਼ਨ ਲੈਣਾ, ਤੇ ਇਹ ਸਿਸਟਮ ਕਲੀਅਰ ਹੋਣਾ ਸ਼ੁਰੂ ਹੋ ਜਾਊਗਾ ਜਿੱਦਣ ਤੁਸੀਂ ਰੈਜ਼ੀਡੈਂਟਸ ਨੇ, ਟੈਕਸ ਪੇਅਰ ਨੇ ਪ੍ਰੋਪਰ ਆਪਣੀ ਰਿਸਪੌਂਸਿਬਿਲਿਟੀ ਅਦਾ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਤੁਹਾਨੂੰ ਨਾਵਾਂ ਦਾ ਪਤਾ ਆ ਜੀ। ਮੈਂ ਤਾਂ ਸਤਪਾਲ ਜੌਲ ਜੀ ਤੁਹਾਨੂੰ ਫਰੈਂਕਲੀ ਦੱਸਦਾ ਜੀ, ਜਿਹੜਾ ਕੋਈ ਬੰਦਾ ਯਾਨੀ ਕਿ ਇਸ ਤਰ੍ਹਾਂ ਕਰਦਾ ਨਾ ਜੀ, ਮੈਂ ਤਾਂ ਮੂਵੀ ਬਣਾ ਲੈਣਾ ਹੈਗਾ ਜੀ। ਆਪਾਂ ਤਾਂ ਮੂਵੀ ਬਣਾ ਕੇ ਸਿੱਧੀ ਆਪਾਂ ਤਾਂ OPP ਨੂੰ ਭੇਜਦੇ ਆ, ਜਾਂ ਮੈਂ ਕੋਸ਼ਿਸ਼ ਕਰਦਾ ਵੀ ਉਹ ਕੰਪਨੀ ਨੂੰ ਕਹਿਣਾ ਵੀ ਉਹਦੇ ਸੇਫਟੀ ਵਾਲੇ ਬੰਦੇ ਨੂੰ ਕਿ ਇਸ ਚੀਜ਼ ਨੂੰ ਫਾਲੋ ਕਰੀ, ਨਹੀਂ ਤਾਂ ਮੈਂ ਤੈਨੂੰ ਯਾਨੀ ਕਿ ਵੀ ਐਕਸ਼ਨ ਲਊਂਗਾ ਮੈਂ ਤੇਰੇ ਅਗੇਂਸਟ। ਬਹੁਤ ਵਧੀਆ ਸਰ, ਦੈਟਸ ਵੈਰੀ ਵੈਲ ਡਨ। ਨਹੀਂ, ਐਕਸ਼ਨ ਤੁਹਾਨੂੰ ਲੈ ਹੀ ਲੈਣਾ ਚਾਹੀਦਾ ਵੈਸੇ। ਮੂਵੀ ਬਣਾਈ ਦੀ ਆ ਜੀ। ਕੱਲ ਵੀ ਦੇਖੋ ਬਾਰਿਸ਼ ਪੈਂਦੀ ਸੀ ਲੰਡਨ ਦੇ ਵਿੱਚ, ਇੱਕ ਬੰਦਾ ਆ ਕੇ ਮੇਰੇ ਅੱਗੇ ਆ ਕੇ ਬ੍ਰੇਕਾਂ ਮਾਰਨ ਲੱਗ ਗਿਆ ਜੀ, ਕਹਿਣ ਦਾ ਮਤਲਬ ਜਾਂ ਕੁਛ ਵੀ ਹੈ ਨਾ, ਇੰਨੀ ਬਾਰਿਸ਼ ਪੈ ਰਹੀ ਸੀ। ਮੈਂ ਉਸ ਦੀ ਵੀ ਮੂਵੀ ਬਣਾਈ, ਕਹਿਣ ਦਾ ਮਤਲਬ ਯਾਨੀ ਕਿ ਪਰ ਯਾਰ ਵੀ ਮੈਂ ਤੁਸੀਂ ਡਾਟਾ ਨਾ ਇਕੱਠਾ ਕਰੀ ਜਾਓ, ਕੋਈ ਐਕਸ਼ਨ ਲੈਣਾ ਆ। ਹਾਂਜੀ, ਹਾਂਜੀ, ਨਹੀਂ ਮੈਂ ਕਰ ਲੈਣਾ ਹੁੰਦਾ ਜੀ ਫਾਲੋ। ਆਪਾਂ ਤਾਂ ਸੇਫਟੀ ਵਾਲੇ ਨੂੰ ਕਹਿ ਦਿੰਦੇ ਹੁੰਦੇ ਆ, ਮੈਂ ਕਿਹਾ ਜੇ ਤੁਸੀਂ ਨਹੀਂ ਕੀਤਾ ਤੁਹਾਡਾ CVR ਖਰਾਬ ਹੋਣਾ। ਅਗਰ ਤੁਸੀਂ ਨਹੀਂ ਐਕਸ਼ਨ ਲਿੱਤਾ, ਕੱਲ ਨੂੰ OPP ਕੋਲੇ ਜਾਣਾ, ਤੁਹਾਡੀ ਕੰਪਨੀ ਦਾ CVR ਖਰਾਬ ਹੋਣਾ, ਫੇਰ ਨਾ ਸਾਨੂੰ ਕਹੀਓ। ਅਸੀਂ ਚਾਹਾਂਗੇ ਵੀ, ਕਿਉਂਕਿ ਬਹੁਤ ਮੂੰਹ ਵੱਲ ਦੇਖ ਲਿਆ, ਹੁਣ ਤੁਹਾਨੂੰ OPP ਕੋ MTO ਕੋ ਜਾਣਾ ਚਾਹੀਦਾ ਜੀ ਸਿੱਧਾ, ਨਹੀਂ ਤਾਂ ਅਦਰਵਾਈਜ਼ ਬਹੁਤ ਕੰਮ ਖਰਾਬ ਆ ਜੀ ਇੱਥੇ, ਕਹਿੰਦਾ ਮਤਲਬ। ਤੁਸੀਂ ਇੰਨਾ ਮੈਨੂੰ ਨਹੀਂ ਸਮਝ ਆਈ ਵੀ ਲੈਵਰੇਜ ਕਿਉਂ ਰੱਖਿਆ ਹੋਇਆ? ਨਹੀਂ, ਲੈਵਰੇਜ ਦਾ ਜਿੱਦਾਂ ਵੀ ਹੁੰਦਾ ਹੈਗਾ ਜੀ, ਜਿਹੜੀ ਕੰਪਨੀ ਦਾ ਸਾਨੂੰ ਦਿਖਦਾ ਹੈਗਾ ਜੀ ਆਪਾਂ ਭੇਜ ਦਿੰਨੇ ਹੈਗੇ ਜੀ। ਮੈਂ ਤਾਂ ਕਈ ਕੰਪਨੀਆਂ ਨੂੰ ਭੇਜਿਆ ਹੈਗਾ ਜੀ। ਨੋ, ਬਟ ਤੁਹਾਨੂੰ MTO ਕੋਲ OPP ਨੂੰ ਦੱਸਣਾ ਪਏਗਾ। ਜੀ, ਤੁਹਾਡੇ ਕਹਿਣਾ ਕੁਝ ਨਹੀਂ ਹੋਣਾ ਜੀ। ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੇ, ਤੁਹਾਨੂੰ ਔਰ ਜਾਣਦੇ ਵੀ ਆ ਜੀ। ਜੀ ਬਹੁਤ ਬਹੁਤ ਧੰਨਵਾਦ ਕਾਲਰ, ਥੈਂਕ ਯੂ ਸੋ ਮਚ। ਜੌਲ ਸਾਹਿਬ ਲਾਸਟ ਕਾਲ ਲੈਂਦੇ, ਫਿਰ ਆਪਾਂ ਵਾਈਂਡ ਅਪ ਕਰਦੇ, ਟਾਈਮ ਆਗਿਆ ਨਹੀਂ ਦੇ ਰਿਹਾ ਸਾਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਗੁੱਡ ਮਾਰਨਿੰਗ ਜੀ। ਜੀ ਗੁੱਡ ਮਾਰਨਿੰਗ। ਅੱਛਾ ਸਰ ਜੀ, ਗੱਲ ਇਹ ਆ ਵੀ ਜਿਹੜਾ ਆਪਾਂ ਸਾਰਨੀਆਂ ਤੋਂ ਆਉਂਦੇ ਆ ਨਾ, ਜਦੋਂ ਆਪਾਂ ਸਾਰਨੀਆਂ ਤੇ ਵੀ 110 ਦੀ ਸਪੀਡ ਆ, ਔਰ OEW ਤੇ ਵੀ ਗਵਰਨਮੈਂਟ ਨੇ ਕਈ ਏਰੀਏ ਦੇ ਵਿੱਚ 110 ਦੀ ਸਪੀਡ ਕੀਤੀ ਆ, ਔਰ ਸਿੰਸਰ ਤੋਂ ਲੈ ਕੇ ਟਿਲਵਰੀ ਤੱਕ 110 ਦੀ ਸਪੀਡ ਆ। ਇਹ ਕੋਈ ਸੋਲਿਊਸ਼ਨ, ਇਹ ਕੋਈ ਜਿਹੜਾ ਮੇਰੇ ਭਰਾ ਕਰਦੇ ਨਾ, ਮੈਂ ਵੀ ਟਰੱਕ ਡਰਾਈਵਰ ਆ, ਇਹ ਗੱਲ ਨਹੀਂ ਹੈਗੀ ਵੀ ਟਰੱਕ ਖੁੱਲੇ ਆ। ਗੱਲ ਆ ਵੀ ਜਦੋਂ ਕਈ ਵਾਰੀ 105 ਤੇ ਨਾ ਕਈ ਇਹ ਜੇ ਇਡੀਅਟ ਡਰਾਈਵਰ ਆ, ਜਦੋਂ ਆਪਾਂ ਟੇਕ ਓਵਰ ਉਹਨਾਂ ਨੂੰ ਕਰ ਹੀ ਨਹੀਂ ਸਕਦੇ ਹਨਾ, ਉਹ ਨਾਲ ਦੀ ਨਾਲ ਹੀ 10 ਕਿਲੋਮੀਟਰ, 8 ਕਿਲੋਮੀਟਰ, 15 ਕਿਲੋਮੀਟਰ, ਉਹ 105 ਤੇ ਟਰੱਕ ਨਾਲ ਦੀ ਨਾਲ ਹੀ ਚੱਲੀ ਜਾਂਦੇ ਆ। ਉਹ ਕਾਰਨ ਬਣਦਾ ਐਕਸੀਡੈਂਟ ਦਾ। ਠੀਕ ਆ, ਜੇ ਸਪੀਡ ਆਪਣੀ ਓਪਨ ਕੀਤੀ ਆ, ਜੇ ਆਪਾਂ ਇੱਕ ਟਰੱਕ ਨੂੰ ਟੇਕ ਓਵਰ ਕਰਕੇ ਫੇਰ ਆਪਾਂ 100 ਤੇ ਆ ਜਾਂਦੇ ਆ, ਉਹ ਕੋਈ ਮਾੜਾ ਨਹੀਂ। ਗੱਲ ਇਹ ਆ ਵੀ ਗੱਲ ਇੰਨਾ ਵੀ ਰਿਸਪੌਂਸੀਬਲ ਨਾਲ ਟਰੱਕ ਨੂੰ ਇੰਟੈਲੀਜੈਂਟ ਤਰੀਕੇ ਨਾਲ ਚਲਾਓ ਹਨਾ। ਇਹ ਨਹੀਂ ਗੱਲ ਹੈਗੀ ਵੀ ਜੇ ਤੁਹਾਡੀ ਸਪੀਡ ਓਪਨ ਕੀਤੀ ਆ ਤਾਂ ਤੁਸੀਂ ਬੈਟ ਚਲਾਉਨੇ ਹੋ ਹਨਾ, ਇਹ ਕੋਈ ਗੱਲ ਨਹੀਂ। ਜੇ ਕੋਈ ਬੰਦਾ ਯਾਰ ਟੇਕ ਓਵਰ ਕਰਕੇ ਅੱਗੇ ਜਾ ਕੇ ਫੇਰ 100 ਤੇ ਕਰ ਲੈਂਦਾ, ਉਹ ਕੋਈ ਮਾੜਾ ਨਹੀਂ। ਤਾਂ ਕਹਿੰਦੇ ਉਹ ਤਾਂ ਮੈਂ ਕਹਿੰਦਾ ਜ਼ਿਆਦਾ ਸੇਫ ਆ ਟਰੱਕ ਉਹਦੇ ਨਾਲ ਹਨਾ। ਇਹਦੇ ਨਾਲ ਹੁਣ ਸਰ ਜੀ, ਜਿਹੜਾ ਤੁਸੀਂ ਕਹਿੰਦੇ ਸੀ ਵੀ ਉਹ ਕਾਰ ਵਾਲੀ ਲੇਡੀਜ਼ ਦਾ, ਸਤਪਾਲ ਜੌਲ ਜੀ ਨੇ ਕਿਹਾ, ਉਹਨੇ ਅੱਗੇ ਜਾ ਕੇ ਟਰੱਕ ਘੇਰ ਲਿਆ। ਹੁਣ ਗੱਲ ਇਹ ਆ ਵੀ ਜੇ ਉਹ ਮਿਡਲ ਲੇਨ 'ਚ ਜਾਊਗੀ ਸਲੋ ਸਪੀਡ ਤੇ, ਟਰੱਕ ਵਾਲੇ ਨੇ ਤਾਂ ਹੌਰਨ ਮਾਰਨਾ ਹੀ ਆ, ਕਿਉਂਕਿ ਲੈਫਟ ਸਾਈਡ ਤੇ ਟਰੱਕ ਜਾ ਨਹੀਂ ਸਕਦਾ, ਕਾਰਾਂ ਦੀ ਲੇਨ। ਠੀਕ ਆ, ਸਿਰਫ ਟਰੱਕ ਕੋਲੇ ਮਿਡਲ ਲੇਨ ਆ ਜਿਹਦੇ 'ਚ ਉਹ ਕ੍ਰਾਸ ਕਰਕੇ ਅੱਗੇ ਜਾ ਸਕਦਾ।
ਜੇ ਕੋਈ ਕਾਰ ਵਾਲਾ ਉੱਥੇ ਭਾਈ ਸਾਹਿਬ ਉੱਥੇ ਹੀ ਘੱਟ ਸਪੀਡ ਤੇ ਤੁਰਿਆ ਜਾਂਦਾ ਮਿਡਲ ਲੇਨ 'ਚ, ਟਰੱਕ ਵਾਲੇ ਦੇ ਕੋਲ ਤਾਂ ਆਪਸ਼ਨ ਨਹੀਂ ਹੈਗਾ, ਕਿਉਂਕਿ ਰਾਈਟ ਸਾਈਡ ਤੇ ਵੀ ਟਰੱਕ ਆ, ਉਹਨੇ ਕ੍ਰਾਸ ਕਰਨਾ ਤਾਂ ਮਿਡਲ ਲੇਨ 'ਚ ਕਰਨਾ, ਉਹਨੇ ਫਿਰ ਉੱਥੇ ਹੌਰਨ ਮਾਰਨਾ ਹੀ ਆ ਨਾ। ਜੀ ਜੀ ਬਿਲਕੁਲ ਠੀਕ ਆ ਨਾ। ਨਾਲੇ ਸਰ ਜੀ ਇੱਕ ਚੀਜ਼ ਹੋਰ ਆ ਇਹਦੇ ਵਿੱਚ, ਜਦੋਂ ਆਪਾਂ ਕੋਈ ਨਵਾਂ ਬੰਦਾ ਆਉਂਦਾ ਨਾ ਕੈਨੇਡਾ ਦੇ ਵਿੱਚ, ਕਿ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਘੱਟੋ ਘੱਟ 4 ਜਾਂ 5 ਸਾਲ ਪਹਿਲਾਂ ਕਾਰ ਚਲਾਵੇ। ਠੀਕ ਆ, ਉਹਨੂੰ ਪ੍ਰੋਪਰ ਤਰੀਕੇ ਨਾਲ ਕਾਰ ਤਾਂ ਆਉਂਦੀ ਨਹੀਂ ਹੁੰਦੀ ਤੇ ਉਹ ਨਾਲ ਹੀ ਟਰੱਕ ਦਾ ਲਾਇਸੈਂਸ ਲੈ ਲੈਂਦਾ ਸਰ ਜੀ, ਉਹ ਐਕਸੀਡੈਂਟ ਦਾ ਕਾਰਨ ਬਣਦਾ ਜੀ। ਬਹੁਤ ਬਹੁਤ ਧੰਨਵਾਦ। ਉਹਨੂੰ ਇੱਕ ਦੋ ਪੁਆਇੰਟ ਹੋਰ ਆ ਭਾਜੀ, 2 ਮਿੰਟ ਜੀ ਪਲੀਜ਼ ਕੁਇਕਲੀ ਮੇਰਾ ਵੀਰ ਜੀ, 1 ਸੈਕਿੰਡ ਦੇ ਦਿਓ। ਠੀਕ ਆ, ਉਹ ਕਾਰਨ ਬਣਦੇ ਆ ਸਰ ਜੀ, ਜਿਹੜਾ ਆਪਾਂ ਨਾਲ ਦੀ ਨਾਲ ਹੀ ਕਾਰ ਪ੍ਰੋਪਰ ਨਾਲ ਚਲਾਉਣੀ ਨਹੀਂ ਆਈ, ਨਾਲ ਹੀ ਟਰੱਕ ਦਾ ਲਾਇਸੈਂਸ ਲੈ ਲਿਆ। ਠੀਕ ਆ ਨਾ। ਤੇ 1-2 ਪੁਆਇੰਟ ਹੋਰ ਸੀਗੇ ਭਾਜੀ, ਹੁਣ ਚਲੋ ਦਿਮਾਗ ਚੋਂ ਨਿਕਲ ਗਏ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਗੱਲ ਆ ਸਰ ਜੀ, ਥੈਂਕ ਯੂ ਸੋ ਮਚ ਮੇਰੇ ਵੀਰ, ਥੈਂਕ ਯੂ ਸੋ ਮਚ। ਨੇ ਬੜੀ ਮਿਹਨਤ ਕੀਤੀ ਅਰਸ਼, ਇਹਨਾਂ ਦਾ ਧੰਨਵਾਦ ਕਰੀਏ ਕਿ ਇਹਨਾਂ ਨੇ ਕਾਲ ਕੀਤੀ, ਨੰਬਰ 1 ਜੀ। ਪਰ ਦੂਸਰਾ, ਇਹਨਾਂ ਦੀ ਗੱਲ ਦੀ ਸਟਾਈਲ ਤੋਂ ਇਹ ਲੱਗਦਾ ਵੀ ਇਹ ਰੂਲਸ ਨੂੰ ਰਿਸਪੈਕਟ ਕੀਤੇ ਬਿਨਾਂ ਆਪਣੀ ਮਰਜ਼ੀ ਨਾਲ ਚਾਹੁੰਦੇ ਆ ਵੀ ਏਦਾਂ ਸੇਫ ਆ ਟਰੱਕ। ਵੀ 105 ਮੈਕਸਿਮਮ ਸਪੀਡ ਆ ਓਨਟਾਰੀਓ ਦੀ, ਇੱਥੇ ਲਿਮਟ ਆ ਤੇ ਉਸ ਤੋਂ ਉੱਪਰ ਨਹੀਂ ਜਾਇਆ ਜਾ ਸਕਦਾ। ਵੀ ਮੈਂ 110 ਤੇ ਕਰਾ ਲਵਾਂ, ਇਹ ਜਿਨ੍ਹਾਂ ਨੇ ਜਾਣੀ ਲਿਮਟਰ ਸਸਪੈਂਡ ਕਰਾਏ ਆ, ਜੇ ਟੈਕਨੋਲੋਜੀ ਦੇ ਵਿੱਚ ਹੇਰ ਫੇਰ ਕੀਤਾ ਤੇ MTO ਉਹਨੂੰ ਵੈਰੀਫਾਈ ਕਰ ਸਕਦੇ ਆ। ਪਰ ਉੱਥੇ ਤੱਕ ਜਿਹਨਾਂ ਕੋਈ ਡੀਟੇਲ ਹੈਗੇ ਆ ਜੀ, ਉਹ ਜੇ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਾ ਤੇ ਕੋਈ ਉਲਾਂਭਾ ਨਹੀਂਗਾ ਜੇ ਤੁਸੀਂ ਆਪ ਦੇ ਦਿਓਗੇ ਉੱਥੇ ਜਾ ਕੇ ਵੀ ਆ ਏਦਾਂ ਹੋ ਰਿਹਾ ਜੀ ਜੀ, ਔਰ ਫਲਾਨੀ ਜਗ੍ਹਾ ਤੇ ਹੋ ਰਿਹਾ ਜੀ। ਦੇਖੋ 2 ਮਹੀਨਿਆਂ 'ਚ ਉਹਨਾਂ ਦੀ ਸਫਾਈ ਹੁੰਦੀ ਕਿ ਨਹੀਂ? ਬਿਲਕੁਲ, ਦੇਖ ਲਿਓ ਤੁਸੀਂ ਜੀ, ਕਰਕੇ ਤਾਂ ਦੇਖੋ। ਏਦਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਗੱਲਾਂ ਦਾ ਕੜਾਹ ਬਹੁਤ ਬਣਾ ਲਿਆ 20-25 ਸਾਲ। ਇਹ ਉਜੜ ਗਿਆ ਮੁਲਕ, ਉਜੜ ਰਿਹਾ। ਹੁਣ ਉਜੜ ਕੇ ਆਏ ਸੀ, ਸਾਡੇ ਤੇ ਠੱਪਾ ਲੱਗੂਗਾ ਵੀ ਇਹ ਉਜਾੜਾ ਭਾਲਣ ਵਾਲੀ ਕੌਮ ਹੈ ਜੀ। ਇੱਕ ਜਗ੍ਹਾ ਤੋਂ ਉਜੜ ਕੇ ਜਿਹੜੇ ਦੇਸ਼ ਮੁਲਕ ਵਿੱਚ ਇਹ ਜਾਂਦੀ ਆ ਉੱਥੇ ਉਜਾੜਾ ਪਾਉਂਦੀ ਆ ਆਪਣੇ ਘਰ ਭਰਨ ਦੇ ਵਾਸਤੇ। ਇੰਨੇ ਲਾਲਚੀ ਤੇ ਇੰਨੀਆਂ ਲਾਲਚਣਾ ਆ ਇਹ ਠੱਪੇ ਸਾਡੇ ਤੇ ਲੱਗਣਗੇ, ਤੁਸੀਂ ਦੇਖਿਓ ਜੀ। ਅੱਛਾ, ਗੱਲ ਇਹ ਹੈ, ਪਹਿਲੀ ਗੱਲ ਤੇ ਉਹ ਬੀਬੀ ਵੀ ਟਰੱਕਰ ਸੀਗੀ, ਉਹ ਕਾਰ ਵਾਲੀ ਨਹੀਂ ਸੀ। ਭਾਈ ਸਾਹਿਬ ਨੇ ਕਿਹਾ ਵੀ ਉਹਨੇ ਕਾਰ ਵਾਲੀ ਨੇ ਗਾਂਹ ਜਾ ਕੇ ਘੇਰ ਲਿਆ, ਉਹ ਖੁਦ ਟਰੱਕਰ ਸੀ। ਹੁਣ ਮੈਂ ਪੁੱਛਦਾ ਵੀ 105 ਤੇ ਜਾਣਾ ਮੈਕਸੀਮਮ ਤੇ ਦੂਸਰੇ ਨੇ 110 ਤੇ ਉਹਨੂੰ ਓਵਰਟੇਕ ਕਰਕੇ ਗਾਂਹ ਫੀ ਜਾ ਕੇ 105 ਹੀ ਉਹ ਤੋਂ ਗਾਂਹ ਜਾ ਕੇ ਹੋਣਾ, ਤੇ ਉਹਨੇ ਗਾਂਹ ਕਿੱਥੇ ਜਾਣਾ? 105 ਤੇ ਤੁਰੇ ਚੱਲੋ ਆਪਣੇ ਸਾਰੇ ਆਰਾਮ ਨਾਲ, 102 ਤੇ ਤੁਰੇ ਚੱਲੋ, ਮਤਲਬ 104 ਤੇ ਤੁਰੇ ਚੱਲੋ। ਜ਼ਰੂਰੀ ਆ ਵੀ ਅਸੀਂ ਐਨ ਜਿੰਨੀ ਸਪੀਡ ਮੈਕਸੀਮਮ ਆ ਉਹ ਤੋਂ ਤਾਂ ਹੀ ਜਾਂਦੇ ਆ। ਅਸੀਂ 2-4 ਕਿਲੋਮੀਟਰ ਥੱਲੇ ਵੀ ਤੇ ਜਾ ਸਕਦੇ ਆ ਜੀ। ਜਲ ਸਾਹਿਬ ਜੀ, ਜਿੱਦਣ ਡਰਾਈਵਿੰਗ ਟੈਸਟ ਦੇਣ ਗਏ ਸੀ ਉਦੋਂ 110 ਤੇ ਚਲਾਇਆ ਸੀ। 105 ਮੈਕਸਿਮਮ ਸਪੀਡ ਆ ਸਾਡੀ ਇਸ ਪ੍ਰੋਵਿੰਸ ਦੇ ਵਿੱਚ ਮੈਕਸਿਮਮ ਜੀ ਜੀ। ਉਹ ਲਿਮਿਟਰ ਨਾਲ ਜਿਹੜੀ ਛੇੜਛਾੜ ਕਰੂਗਾ ਉਹ ਮਤਲਬ ਤੁਹਾਨੂੰ ਪਤਾ ਹੀ ਆ ਵੀ ਉਹਦੇ ਚਾਰਜਸ ਆ ਜੀ, ਹਨਾ। ਸੋ ਇਸ ਕਰਕੇ ਏਦਾਂ ਨਹੀਂ ਕਿ ਧੱਕੇ ਨਾਲ ਮਰਜ਼ੀ ਨਾਲ ਵੀ ਸੇਫ ਕਿੱਦਾਂ ਆ, ਸੇਫ ਕਰਨ ਵਾਲੇ ਐਕਸਪਰਟ ਜਿਹੜੇ ਆ ਉਹ ਇੱਥੇ ਹੈਗੇ ਆ ਸਿਸਟਮ ਨੂੰ। ਟਰੱਕਰ ਦੀ ਸਪੀਡ ਜਿਹੜੀ ਉਹ ਵੀ 105 ਆ ਜੀ, 105 ਮੈਕਸਿਮਮ ਆ। ਦੂਸਰਾ ਇਹ ਆ ਜੀ ਵੀ ਜਿੱਦਾਂ ਉਹ ਪਹਿਲੇ ਭਾਈ ਸਾਹਿਬ ਕਹਿੰਦੇ ਸੀ ਨਾ ਵੀ 5000 ਸਕੁਅਰ ਫੁੱਟ ਦਾ ਘਰ ਲੈਣਾ। ਹੁਣ ਘਰ ਕਿਸੇ ਕੋਲ ਅਰਸ਼ 5000 ਸਕੁਅਰ ਫੁੱਟ ਦਾ ਹੋਵੇ ਜਾਂ 500 ਦਾ ਹੋਵੇ, ਜਿਹੜਾ ਫਿਊਨਲ ਹੋਮ ਦਾ ਡੱਬਾ ਆ ਨਾ ਉਹ ਸਾਰੀਆਂ ਲਾਸ਼ਾਂ ਵਾਸਤੇ ਉਹਦੀ ਸਕੁਅਰ ਫੁੱਟ ਸੇਮ ਆ ਤੇ ਉੱਥੇ ਹੱਥ ਵੀ ਖਾਲੀ ਆ, ਹਨਾ, ਹੱਥ ਵੀ ਖਾਲੀ ਆ ਜੀ 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 ਜੀ। ਸੋ ਇਸ ਕਰਕੇ ਥੋੜੀ ਜਿਹੀ ਅਕਲ ਕਰੀਏ, ਅਕਲ ਨੂੰ ਹੱਥ ਮਾਰੀਏ ਜੀ। ਜਿਦ ਕੋ 100 ਸਕੁਅਰ ਫੁੱਟ ਆ, ਜਿਦ ਕੋ 10,000 ਸਕੁਅਰ ਫੁੱਟ ਆ, ਉਹ ਜਿਹੜਾ ਫਿਊਨਲ ਹੋਣ ਵਾਲਾ ਡੱਬਾ ਜਿਹ ਚ ਪੈਕ ਹੋਣਾ ਅਖੀਰ ਤੇ ਜੀ ਉਹਦੀ ਸਕੁਅਰ ਫੁੱਟ ਸੇਮ ਆ। ਸੋ ਲਫ਼ਜ਼ ਹੇਠਾਂ ਉੱਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬਟ ਆਪਾਂ ਥੈਂਕ ਯੂ ਕਰੀਏ ਤੁਹਾਡਾ ਭੈਣ ਭਰਾਓ, ਤੁਸੀਂ ਸੜਕਾਂ ਤੇ ਚੱਲਦੇ ਹੋ, ਬੜੇ ਐਕਸਪੀਰੀਅੰਸ ਕਰਦੇ ਹੋ, ਪਰ ਬਣਦਾ ਸਟੈਪ ਨਹੀਂ ਲੈਂਦੇ ਹੋ। ਇੱਕ ਦੂਜੇ ਨਾਲ ਗੱਲਾਂ ਹੀ ਕਰੀ ਜਾ ਰਹੇ ਹੋ, ਇੱਕ ਦੂਜੇ ਨਾਲ ਗੱਲਾਂ ਕਰਦਿਆਂ ਜੀ। ਜਿਨ੍ਹਾਂ ਨੇ ਇਸ ਮੁਲਕ ਨੂੰ ਲੁੱਟ ਕੇ ਖਾਣਾ, ਉਹਨਾਂ ਚੋਰ ਚੋਰਨੀਆਂ ਨੇ ਆਪਣੇ ਘਰ ਭਰੇ ਹੋਏ ਆ ਤੇ ਹੁਣ ਏਡੇ ਕੁ ਜਾਣੀ ਕਿ ਉਹ ਉਹਨਾਂ ਦੇ ਵੱਡੇ ਹੋ ਗਏ ਆ ਸਾਰੇ ਰਿਸੋਰਸਿਸ ਵੀ ਉਹ ਤੁਹਾਨੂੰ ਟਿੱਚ ਜਾਣਦੇ ਆ ਜੀ। ਜਲ ਸਾਹਿਬ, ਜਿੰਨਾ ਚਿਰ ਤੁਸੀਂ ਸਿਸਟਮ ਨੂੰ ਨਹੀਂ ਸਟਰੋਂਗ ਕਰੋਗੇ, ਸਿਸਟਮ ਹੋਰ ਵੀਕ ਤੋਂ ਵੀਕ ਹੁੰਦਾ ਜਾਏਗਾ ਤੇ ਗਾਂ ਫਿਰ ਤਿਆਰੀ ਕਰ ਲਓ ਵੀ ਇੱਥੋਂ ਗਾਂ ਅਗਲੀਆਂ ਨਸਲਾਂ ਨੇ ਕਿੱਥੇ ਜਾਣਾ ਜੀ। ਬਹੁਤ ਬਹੁਤ ਧੰਨਵਾਦ ਜਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।